ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਾਣੀ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ। ਕਿਸਾਨੀ ਅੰਦੋਲਨ ਦੇ ਵਿਚਾਲੇ ਅੱਜ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਜੋ ਹੈ ਉਹ ਕਿਸਾਨਾਂ ਦੀ ਗੱਲ ਕਿਉਂ ਨਹੀਂ ਮੰਨਦੀ। ਕੀ ਸਰਕਾਰ ਦੇ ਉੱਤੇ ਜਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਉੱਤੇ ਮਹਾਦੋਸ਼ ਲੱਗ ਸਕਦਾ ਜਿਸ ਤਰੀਕੇ ਦੇ ਨਾਲ ਟਰੰਪ ਦੇ ਉੱਪਰ ਲੱਗਿਆ ਤੇ ਉਹਨਾਂ ਨੂੰ ਮਹਾਦੋਸ਼ ਦਾ ਸਾਹਮਣਾ ਕਰਨਾ ਪਿਆ। ਕੀ ਇਹੋ ਜਿਹਾ ਕੁਝ ਹੋ ਸਕਦਾ? ਸੰਸਦ ਮੈਂਬਰ ਕੋਈ ਇਹੋ ਜਿਹਾ ਸਟੈਪ ਚੁੱਕ ਸਕਦੇ ਨੇ? ਜੇ ਹੈ ਤਾਂ ਉਹ ਕਿਸ ਤਰ੍ਹਾਂ ਹੋ ਸਕਦਾ, ਇਸ ਉੱਤੇ ਗੱਲਬਾਤ ਕਰਾਂਗੇ। ਦੂਜਾ ਹੋਏਗਾ ਕਿ ਅਡਾਨੀ ਦੇ ਕਾਰੋਬਾਰ ਕਿਸ ਤਰ੍ਹਾਂ ਵਧੇ ਫੁੱਲੇ, ਤੇ ਦੂਜੀ ਗੱਲ ਇਹ ਕਿ ਉਹਦੇ ਵਿੱਚ ਇੱਕ ਏਅਰਪੋਰਟਾਂ ਨੂੰ ਲੈ ਕੇ ਹੁਣ ਸਵਾਲ ਉੱਠਦਾ ਕਿ ਆਖਿਰਕਾਰ ਇੰਨੀ ਦਰਿਆਦਿਲੀ ਕਿਉਂ ਹੈ। ਇਸ ਸਭ ਦੇ ਉੱਤੇ ਨਾਲੋਂ ਨਾਲ ਜਿਹੜੀਆਂ ਕਿਸਾਨੀ ਦੇ ਨਾਲ ਰਿਲੇਟਡ ਖਬਰਾਂ ਹੋਣਗੀਆਂ ਉਹ ਗੱਲਬਾਤ ਕਰਾਂਗੇ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਪਿਆਰਾ ਲਾਲ ਗਰਗ ਮੌਜੂਦ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਲੋਕ ਰਾਣੀ ਤੇ। ਸ਼ੁਕਰੀਆ ਜੀ, ਬਹੁਤ ਬਹੁਤ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੇਰੇ ਪਹਿਲੇ ਸਵਾਲ ਦਾ ਜਵਾਬ ਦਿਓ ਕਿ ਟਰੰਪ ਦੇ ਉੱਤੇ ਮਹਾਦੋਸ਼ ਲੱਗਿਆ, ਜੋ ਕੁਝ ਉੱਥੇ ਹਿੰਸਕ ਕਾਰਵਾਈਆਂ ਹੋਈਆਂ ਜਾਂ ਜੋ ਕੁਝ ਟਰੰਪ ਫੈਸਲੇ ਲੈਂਦੇ ਰਹੇ, ਹੁਣ ਮੋਦੀ ਸਰਕਾਰ ਤੇ ਸਵਾਲ ਉੱਠਦਾ ਤੇ ਕੀ ਸਰਕਾਰ ਮੋਦੀ ਸਾਹਿਬ ਦੇ ਉੱਤੇ ਮਹਾਦੋਸ਼ ਲੱਗ ਸਕਦਾ? ਦੇਖੋ, ਜਿੱਥੋਂ ਕਿ ਸਵਾਲ ਹੈ ਸੁਖਵਿੰਦਰ ਸਿੰਘ ਜੀ, ਅਮਰੀਕਾ ਦਾ ਸਿਸਟਮ ਸਾਡੇ ਨਾਲ ਵੱਖਰਾ ਹੈ। ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਹੈ, ਉਹਨੂੰ ਪ੍ਰੈਜ਼ੀਡੈਂਟ ਨੂੰ ਚੁਣਿਆ ਜਾਂਦਾ ਹੈ। ਟਰੰਪ ਦੇ ਉੱਤੇ ਅਮਰੀਕਾ ਦੇ ਅੱਜ ਤੱਕ 4 ਪ੍ਰੈਜ਼ੀਡੈਂਟਾਂ ਦੇ ਉੱਤੇ ਇਹ ਲੱਗਿਆ ਮਹਾਦੋਸ਼, ਜਿਹ ਚੋਂ ਟਰੰਪ ਦੇ 2 ਵਾਰੀ ਲੱਗਿਆ। 2019 ਚ ਲੱਗਿਆ ਵੀ ਇਹਨੇ ਜੀ ਝੂਠੀ ਐਫੀਡੈਵਿਟ ਦਵਾਇਆ, ਝੂਠੀ ਗਵਾਹੀ ਦਵਾਈ ਕੋਰਟ ਦੇ ਵਿੱਚ, ਤੇ ਹੁਣ ਫੇਰ ਲੱਗਿਆ ਹੋਇਆ ਵੀ ਇਹ ਛੱਡ ਨਹੀਂ ਰਿਹਾ। ਤੇ ਪਰ ਸਾਡਾ ਜਿਹੜਾ ਸਿਸਟਮ ਹੈ, ਸਾਡੇ ਜਿਹੜਾ ਪ੍ਰਧਾਨ ਮੰਤਰੀ ਹੈ ਉਹਨੂੰ ਉਹ ਪਾਰਟੀ ਚੁਣਦੀ ਹੈ ਜਿਹੜੀ ਪਾਰਟੀ ਬਹੁਮਤ ਚ ਹੁੰਦੀ ਹੈ, ਤੇ ਪ੍ਰੈਜ਼ੀਡੈਂਟ ਜਿਹੜਾ ਉਹਨੂੰ ਅਪਾਇੰਟਮੈਂਟ ਦੇ ਆਰਡਰ ਦਿੰਦਾ ਹੈ। ਸਾਡੇ ਜਿਹੜਾ ਨੋ ਕੌਨਫੀਡੈਂਸ ਮੋਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਬੇਭਰੋਸਗੀ ਦਾ ਮਤਾ, ਸਾਡੇ ਬੇਭਰੋਸਗੀ ਦਾ ਮਤਾ ਆ ਸਕਦਾ ਹੁੰਦਾ ਹੈ। ਤੇ ਸਾਡੇ ਦੇਸ਼ ਦੇ ਵਿੱਚ ਤਕਰੀਬਨ ਇਹ 27 ਵਾਰੀ ਆ ਚੁੱਕਿਆ ਹੈ, ਬਹੁਤ ਸਾਰੇ। ਈਵਨ ਪੰਡਿਤ ਨਹਿਰੂ ਦੇ ਖਿਲਾਫ ਵੀ ਆਇਆ ਸੀਗਾ, ਤੇ ਸਭ ਤੋਂ ਜ਼ਿਆਦਾ ਮਤੇ ਇੰਦਰਾ ਗਾਂਧੀ ਦੇ ਖਿਲਾਫ ਆਇਆ ਸੀ, 15 ਵਾਰੀ ਆਇਆ। ਤੇ ਲਾਲ ਬਹਾਦਰ ਸ਼ਾਸਤਰੀ ਜੀ, ਜਿਨ੍ਹਾਂ ਨੂੰ ਕਹਿੰਦੇ ਥੋੜੀ ਦੇਰ ਦਾ ਕਾਰਜਕਾਲ ਸੀ, ਉਹਨਾਂ ਦੇ ਖਿਲਾਫ ਵੀ ਆਏ 2 ਮਤੇ। ਇਸੇ ਤਰ੍ਹਾਂ ਇੰਦਰ ਕੁਮਾਰ ਗੁਜਰਾਲ ਦੇ ਖਿਲਾਫ, ਇਸ ਤਰ੍ਹਾਂ ਦੇਵੇ ਗੌਡਵਾ ਜੀ ਦੇ ਖਿਲਾਫ, ਇਸੇ ਤਰ੍ਹਾਂ ਮੁਰਾਰਜੀ ਦੇਸਾਈ ਦੇ ਖਿਲਾਫ, ਚੌਧਰੀ ਚਰਨ ਸਿੰਘ ਦੇ ਖਿਲਾਫ, ਅਟਲ ਬਿਹਾਰੀ ਵਾਜਪਾਈ ਜੀ ਵੀ ਤੁਹਾਨੂੰ ਪਤਾ ਹੀ ਹੈ 98 ਦੇ ਵਿੱਚ। ਸਾਡੇ ਜਿਹੜਾ ਹੈ ਕਿ ਜੇ 50 ਮੈਂਬਰ ਪਾਰਲੀਮੈਂਟ ਸਾਈਨ ਕਰਕੇ ਦੇਣ ਕਿ ਅਸੀਂ ਇਹ ਮਤਾ ਲਿਆਉਣਾ ਹੈ, ਤਾਂ ਉਹਨੂੰ ਫਿਰ ਸਪੀਕਰ ਮਨਜ਼ੂਰੀ ਦਿੰਦਾ ਲੋਕ ਸਭਾ ਦੇ ਵਿੱਚ। ਜੇ ਲੋਕ ਸਭਾ ਦੇ ਵਿੱਚ ਮੈਜੋਰਟੀ ਵੋਟ ਨਾਲ ਉਹ ਪਾਸ ਹੋ ਜੇ ਤਾਂ ਫਿਰ ਉਹ ਪ੍ਰਾਈਮ ਮਿਨਿਸਟਰ ਨਹੀਂ ਰਹਿੰਦਾ, ਉਹ ਸਰਕਾਰ ਟੁੱਟ ਜਾਂਦੀ ਹੈ। ਤੇ ਉਹ ਪ੍ਰੈਕਟੀਕਲੀ ਕਦੇ ਪ੍ਰਾਈਮ ਮਿਨਿਸਟਰ ਦਾ ਨਹੀਂ ਹੁੰਦਾ, ਉਹ ਸਾਰੀ ਸਰਕਾਰ ਦੇ ਖਿਲਾਫ ਹੀ ਹੁੰਦਾ, ਉਹ ਹੁੰਦਾ ਪ੍ਰਾਈਮ ਮਿਨਿਸਟਰ ਦੇ ਖਿਲਾਫ ਹੀ ਹੈ। ਤੇ ਜੇ ਉਹ ਕੋਈ ਵੀ ਲਿਆ ਸਕਦੇ ਨੇ 50 MP। ਹੁਣ ਜਿਹੜੀਆਂ ਸਾਡੇ ਜਿੱਦਣ ਦਾ ਐਂਟੀ ਡਿਫੈਕਸ਼ਨ ਲਾ ਲਾਗੂ ਹੋਇਆ, ਉਹ ਤੇ ਕੁਛ ਐਸਾ ਹੈ ਕਿ ਜਿਹੜੀ ਪਾਰਟੀ ਪਾਵਰ ਚ ਹੈ, ਹੁਣ ਉਹਦੇ ਜੇ ਤਾਂ ਉਹਦੇ ਬੰਦੇ ਹੀ ਉਹਦੇ ਖਿਲਾਫ ਹੋ ਜਾਣ ਫਿਰ ਤਾਂ ਹਾਰੇਗਾ। ਜੇ ਉਹਦੇ ਬੰਦੇ ਉਸ ਪਾਰਟੀ ਦੇ ਖਿਲਾਫ ਨਹੀਂ ਹੁੰਦੇ, ਫਿਰ ਸਾਡੇ ਸਿਸਟਮ 'ਚ ਕੋਈ ਐਸਾ ਤਰੀਕਾ ਨਹੀਂ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਲਾਇਆ ਜਾ ਸਕਦਾ ਹੋਵੇ, ਸਿਵਾਏ ਬਹੁਤ ਵੱਡੀ ਐਮਰਜੈਂਸੀ ਦੇ ਵਿੱਚ। ਪ੍ਰੈਜ਼ੀਡੈਂਟ ਕੋਲ ਅਦਰਵਾਈਜ਼ ਕੋਈ ਪਾਵਰ ਨਹੀਂ ਹੈ, ਐਮਰਜੈਂਸੀ ਦੇ ਦੌਰਾਨ ਕੋਈ ਪਾਵਰ ਹੈ। ਸੋ ਸਾਡੇ ਉਸ ਤਰ੍ਹਾਂ ਦੀ ਇੰਪੀਚਮੈਂਟ ਨਹੀਂ ਹੈ ਜਿਸ ਤਰ੍ਹਾਂ ਦੀ ਅਮਰੀਕਾ ਦੇ ਸੰਵਿਧਾਨ 'ਚ। ਬਾਕੀ ਸਾਰੀ ਦੁਨੀਆ 'ਚ ਕਈ ਜਗ੍ਹਾ ਤੇ ਆਪਣੇ ਆਪਣੇ ਸਿਸਟਮ ਨੇ, ਕਈ ਜਗ੍ਹਾ ਤੇ 10% ਜਿਹੜੇ ਮੈਂਬਰ ਨੇ ਉਹ ਲਿਖ ਕੇ ਦੇ ਦੇਣ ਤਾਂ ਵੀ ਚੱਲ ਜਾਂਦਾ ਹੈ, ਤੇ ਹੁੰਦਾ ਮੈਜੋਰਟੀ ਨਾਲ ਹੀ ਹੈ। ਸੋ ਦੂਜਾ, ਸਾਡੇ ਪ੍ਰਾਈਮ ਮਿਨਿਸਟਰ ਨੂੰ ਜਿਹੜਾ ਹਟਣ ਦਾ ਤਰੀਕਾ ਰਹਿੰਦਾ ਉਹ ਇਹ ਹੈ ਵੀ ਜੇ ਫਾਈਨੈਂਸ ਬਿੱਲ, ਜਿਹਨੂੰ ਅਸੀਂ ਕਹਿੰਦੇ ਹਾਂ ਵਿੱਤੀ ਬਿੱਲ, ਜਿਵੇਂ ਸਾਡਾ ਬਜਟ ਹੈ ਜਾਂ ਕੋਈ ਹੋਰ ਵੀ ਜਿਹੜਾ ਵੀ ਵਿੱਤੀ ਬਿੱਲ ਬਣਾ ਕੇ ਲੋਕ ਸਭਾ ਦੇ ਵਿੱਚ ਲਿਆਂਦਾ ਜਾਵੇ, ਜੋ ਬਿੱਲ ਪਾਸ ਨਾ ਹੋਵੇ ਤਾਂ ਵੀ ਪ੍ਰਾਈਮ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਪੈਂਦਾ ਹੈ। ਤੇ ਇਹ 2 ਤਰੀਕੇ ਨੇ ਸਾਡੇ ਕੋਲੇ, ਨੋ ਕੌਨਫੀਡੈਂਸ ਮੋਸ਼ਨ, ਵਿੱਤੀ ਬਿੱਲ ਦਾ ਨਾ ਹੋਣਾ, ਜਾਂ ਫਿਰ ਐਮਰਜੈਂਸੀ 'ਚ ਪ੍ਰੈਜ਼ੀਡੈਂਟ ਦੀ ਪਾਵਰ। ਸੋ ਜਿੱਥੋਂ ਤੱਕ ਸਵਾਲ ਹੈ ਵੀ ਹੁਣ ਲਿਆਉਣ ਦਾ, 50 ਮੈਂਬਰ ਤਾਂ ਇਕੱਠੇ ਹੋ ਹੀ ਸਕਦੇ ਨੇ ਪਾਰਲੀਮੈਂਟ ਦੇ। 50 ਮੈਂਬਰ ਤਾਂ ਪਾਰਲੀਮੈਂਟ ਦੇ ਲਿਆ ਹੀ ਸਕਦੇ, ਮਤਾ ਤਾਂ ਲਿਆਤਾ ਜਾ ਸਕਦਾ ਹੈ ਸਾਡੇ ਹੁਣ ਵੀ। ਆ ਜਿਹੜਾ ਬਜਟ ਸੈਸ਼ਨ ਹੋਣਾ ਹੈ ਉਹਦੇ ਵਿੱਚ ਵੀ ਲਿਆਂਦਾ ਜਾ ਸਕਦਾ ਹੈ। ਉਸ ਤੋਂ ਅੱਗੇ ਕਿੰਨਾ ਪਾਸ ਹੁੰਦਾ, ਕੀ ਹੁੰਦਾ, ਕਿਉਂਕਿ ਆਪਾਂ ਨੂੰ ਸਟਰੈਂਥ ਦਾ ਪਤਾ ਹੀ ਹੈ ਤਵਾਜ਼ਨ ਦਾ ਸਾਰੇ ਦਾ। ਜੇ ਲੋਕ ਸਭਾ 'ਚ ਪਾਸ ਹੋ ਜਾਏ ਬਸ ਬਹੁਤ ਹੈ, ਉਹ ਲੋਕ ਸਭਾ 'ਚ ਹੀ ਪਾਸ ਹੋਣਾ ਹੁੰਦਾ। ਸੋ ਇਹ ਲਿਆਂਦਾ ਤਾਂ ਜਾ ਸਕਦਾ। ਲਿਆਉਣ ਦਾ ਮਤਲਬ ਇੱਕ ਘੱਟੋ ਘੱਟ ਇਹ ਜ਼ਰੂਰ ਹੋਏਗਾ ਕਿ ਵੀ ਕਿੰਨੀ ਬੇਵਿਸ਼ਵਾਸੀ ਆ ਉਹਨੂੰ, ਜਦ ਕਿਉਂਕਿ ਆਪੋਜੀਸ਼ਨ ਨਹੀਂ ਲਿਆਉਣਾ, ਲੋਕਾਂ ਨੇ ਤਾਂ ਲਿਆਉਣਾ ਨਹੀਂ, ਲੋਕਾਂ ਕੋਲ ਤਾਂ ਕੋਈ ਪਾਵਰ ਨਹੀਂ ਸਾਡੇ ਸਿਸਟਮ 'ਚ ਇਸ ਦੀ। ਤੇ ਇਸ ਕਰਕੇ ਉਹ ਦੋਸ਼ ਇਹੀ ਲੱਗਦਾ ਵੀ ਆਪੋਜੀਸ਼ਨ ਤਾਂ ਐਵੇਂ ਹੀ ਲੈ ਜਾਂਦੀ ਆ, ਇਹਨਾਂ ਨੇ ਤਾਂ ਸਾਡੀ ਵਿਰੋਧਤਾ ਕਰਨੀ ਹੈ। ਉਂਝ ਜਿਹੜੇ ਅੱਜ ਦੀ ਹਾਲਤ ਹੋਈ ਹੈ, ਮੈਨੂੰ ਬਾਕੀ ਗਿਣਤੀ ਮਿੰਤੀ ਦੇ ਹਿਸਾਬ ਨਾਲ ਤਾਂ ਬਹੁਤ ਵਾਰੀ ਹੋਈ ਹੋਊਗੀ, ਪਰ ਜਿੰਨੀ ਬੇਵਿਸ਼ਵਾਸੀ ਪੂਰੇ ਮੁਲਕ ਦੇ ਵਿੱਚ ਇਸ ਪ੍ਰਧਾਨ ਮੰਤਰੀ ਦੇ ਪ੍ਰਤੀ ਪੈਦਾ ਹੋਈ ਹੈ ਜਨਤਾ ਦੇ ਵਿੱਚ, ਉਹਨੇ ਸ਼ਾਇਦ ਹੀ ਕਦੀ ਪੈਦਾ ਹੋਈ ਹੋਵੇ। ਹਾਲਾਂਕਿ ਪਹਿਲਾਂ ਕਿਸੇ ਜ਼ਮਾਨੇ 'ਚ ਮੋਦੀ ਸਾਹਿਬ ਦੀ ਇੱਜ਼ਤ ਵੀ ਬੜੀ ਸੀ,
ਬੱਲੇ 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 ਵੀ ਬੜੀ ਸੀ। ਸੋ ਇਸ ਕਰਕੇ ਜਿਹਦੀ ਕਈ ਵਾਰੀ ਜ਼ਿਆਦਾ ਬੱਲੇ ਬੱਲੇ ਹੁੰਦੀ ਹੈ ਉਹਦੀ ਫਿਰ ਜ਼ਿਆਦਾ ਥੱਲੇ ਨੂੰ ਵੀ ਜਾਂਦਾ ਗ੍ਰਾਫ, ਜਿੰਨਾ ਜ਼ਿਆਦਾ ਉੱਚੇ ਚੜ੍ਹਦੀ ਗੁੱਡੀ। ਸੋ ਇਹਨਾਂ ਦੀ ਗੁੱਡੀ ਵੀ ਬਹੁਤ ਚੜੀ ਸੀ ਤੇ ਹੁਣ ਇਹ ਗਿਰੀ ਵੀ ਬਹੁਤ ਜ਼ਿਆਦਾ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਜਿਹੜਾ ਇਹ ਲੈ ਕੇ ਵੀ ਆਉਣਗੇ, ਇਹ ਮਤਾ ਤਾਂ ਹੋਏਗਾ ਇੱਕ ਕਿਸਮ ਦਾ ਪੋਲੀਟੀਕਲ ਕਹਿ ਲਓ, ਉਹ ਪਾਸ ਪੂਸ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਪਰ ਜਿਹੜੇ ਸਟਰਗਲ ਹੈ, ਮੈਂ ਇਹਨੂੰ ਸਟਰਗਲ ਨੂੰ ਮਤੇ ਤੋਂ ਵੀ ਵੱਡਾ ਸਮਝਦਾ। ਇਹ ਸਟਰਗਲ ਜਿਹੜਾ ਏਡਾ ਵੱਡਾ ਸ਼ਾਂਤਮਈ, ਇਹਨਾਂ ਨੇ ਪੂਰਾ ਜ਼ੋਰ ਲਾ ਲਿਆ, ਪੂਰੀ ਤਰ੍ਹਾਂ ਇੱਥੇ ਵੀ ਖਾਲਿਸਤਾਨੀ ਨੇ ਜੀ, ਇਹ ਨਕਸਲਾਈਟ ਨੇ ਜੀ, ਪੂਰਾ ਤੋੜਨ ਦੀ ਜ਼ੋਰ ਲਾ ਲਈ, ਵੱਖਰੇ ਵੱਖਰੇ ਆਪਦੇ ਪੈਰਲ ਬੰਦੇ ਖੜੇ ਕਰਨ ਦੀ ਜ਼ੋਰ ਲਾ ਲਈ। ਇਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਆਪਦੇ ਬੰਦੇ ਲਿਜਾ ਕੇ ਕੋਈ ਪਟੀਸ਼ਨਾਂ ਪਵਾ ਕੇ ਉਹਦਾ ਜ਼ੋਰ ਲਗਾ ਲਿਆ। ਇਹਨਾਂ ਨੇ ਹਰ ਤਰੀਕੇ ਨਾਲ ਉਹਨਾਂ ਨੂੰ ਬੱਦੂ ਕਰਨ ਦਾ ਜ਼ੋਰ ਲਾ ਲਿਆ। ਉਹਨਾਂ ਨੂੰ ਮੀਟਿੰਗ 'ਚ ਜਾ ਕੇ ਲੰਮੀਆਂ ਲੰਮੀਆਂ ਮੀਟਿੰਗਾਂ 'ਚ ਬੈਠੇ ਗੱਲਾਂ ਕਰੀ ਜਾਂ। ਹੁਣ 5 ਘੰਟੇ ਮੀਟਿੰਗ ਹੋਈ ਹੈ, ਕੋਈ ਪੁੱਛੇ ਵੀ 5 ਘੰਟੇ ਮੀਟਿੰਗ 'ਚ ਕਰਦੇ ਕੀ ਰਹੇ, ਜਦ ਕੁਛ ਕਰਨਾ ਨਹੀਂ। 2 ਘੰਟੇ ਰੋਟੀ ਖਾਣ ਚਲੇ ਗਏ ਜੀ, ਇੱਧਰ ਉੱਧਰ ਦੀ ਗੱਲ ਮਾਰੀ ਗਏ। ਜਦ ਇਹਨਾਂ ਨੂੰ ਪਤਾ ਹੈ ਕਿ ਅਸੀਂ ਸਿਰਫ ਤੇ ਸਿਰਫ ਇਹਨਾਂ ਬਿੱਲਾਂ ਨੂੰ ਵਾਪਸ ਕਰਾਉਣਾ, MSP ਤੇ ਪਰਚੇਜ਼ ਨੂੰ ਇਨਸ਼ੋਰ ਕਰਾਉਣਾ। ਜੇ ਨਹੀਂ ਕਰਨਾ ਤਾਂ ਇਹ ਗੱਲਬਾਤ ਦਾ ਬਹੁਤ ਜ਼ਿਆਦਾ ਇਸ ਦੇ ਆਲੇ ਦੁਆਲੇ ਗੱਲ ਘੁਮਾਉਂਦਾ। ਆਈ ਕੈਨ ਅੰਡਰਸਟੈਂਡ ਕਿ ਜੇ ਤੁਸੀਂ 23 ਫਸਲਾਂ ਕਹਿੰਦੇ ਹੋ, ਇਹ 23 ਦਾ ਕਿਵੇਂ ਕਰਾਂਗੇ, ਇਹਨਾਂ ਚੋਂ ਕਿਹੜੀ ਕਿੰਨੀ ਪਰਚੇਜ਼ ਇਹੋ ਜਿਹੀ ਗੱਲਾਂ ਤਾਂ ਹੋ ਸਕਦੀਆਂ ਨੇ। ਅਸ਼ੋਰਡ ਪਰਚੇਜ਼ ਬਾਰੇ ਕਿੱਥੋਂ ਆਊ ਪੈਸਾ, ਕਿਵੇਂ ਆਊਗਾ, ਕਿਹੜੀ ਸਟੇਟ 'ਚ ਕਿਹੜੀ ਫਸਲ ਹੈ, ਕਿਹੜੀ ਸਟੇਟ ਦੇ ਕਿੰਨੇ ਕਿਸਾਨਾਂ ਨੂੰ ਫਾਇਦਾ ਹੋਊਗਾ, ਕਿਤੇ ਇਹ ਤਾਂ ਨਹੀਂ ਹੋਊਗਾ ਵੀ ਕੁਝ ਬੰਦਿਆਂ ਨੂੰ ਫਾਇਦਾ ਹੋ ਜਾਏ ਬਾਕੀ ਨੂੰ ਨੁਕਸਾਨ ਹੋ ਜਾਏ। ਸੋ ਇਹੋ ਜਿਹੀਆਂ ਗੱਲਾਂ ਤਾਂ ਮੰਨਣ ਵਾਲੀਆਂ ਨੇ। ਇਹ ਤਾਂ ਇਸ ਪਾਸੇ ਨੂੰ ਜਾਂਦੇ ਹੀ ਨਹੀਂ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਚਰਚਾਵਾਂ ਦਾ ਕੋਈ ਫਾਇਦਾ ਨਹੀਂ। ਇਹਨਾਂ ਨੇ ਸਾਰਾ ਕੁਝ ਜਿਹੜਾ ਉਹ ਅੰਬਾਨੀ ਅਡਾਨੀ ਨੂੰ ਦੇਣਾ। ਜਦ ਇਹਨਾਂ ਨੇ ਅੰਬਾਨੀ ਅਡਾਨੀ ਨੂੰ, ਕਾਰਪੋਰੇਟ ਨੂੰ, ਵਿਦੇਸ਼ੀ ਕਾਰਪੋਰੇਟ ਨੂੰ ਸਭ ਕੁਝ ਦੇਣ ਦਾ ਆਪਣਾ, ਹੁਣ ਤਾਂ ਇੱਥੋਂ ਤੱਕ ਵੀ ਹੈ ਕਿ ਈਵਨ WTO ਦੀਆਂ ਸੰਸਥਾਵਾਂ ਨੇ ਕਹਿਤਾ ਕਿ ਸਾਨੂੰ ਸੇਫਟੀ ਨੈਟ ਬਣਾਉਣਾ ਜ਼ਰੂਰੀ ਹੈ। ਉਹਨਾਂ ਨੇ ਬਿੱਲਾਂ ਨੂੰ ਨਹੀਂ ਅਪੋਜ਼ ਕਰਿਆ, ਕਿਉਂਕਿ ਬਿੱਲ ਤਾਂ WTO ਸਹਿਮਤੀ ਹੈ, ਉਹ ਤਾਂ ਚਾਹੁੰਦੀ ਹੈ ਵੀ ਇਹੋ ਜਿਹੇ ਆਉਣ। ਪਰ ਉਹਨਾਂ ਨੇ ਕਿਹਾ ਸੇਫਟੀ ਨੈਟ ਇਹਨੂੰ ਕਹਿੰਦੇ ਨੇ ਵੀ ਸੁਰੱਖਿਅਤ। ਜਿਵੇਂ ਹੁੰਦਾ ਨਾ ਅੱਗੇ, ਮੈਨੂੰ ਨਹੀਂ ਪਤਾ ਤੁਸੀਂ ਆਪਦੀ ਸੁਰਤ 'ਚ ਦੇਖਿਆ ਨਹੀਂ ਦੇਖਿਆ, ਸਾਡੇ ਹੁੰਦਾ ਇੱਕ ਬਾਜੀ ਪਾਉਂਦੇ ਹੁੰਦੇ, ਉਹ ਉੱਤੋਂ ਬਹੁਤ ਉੱਚੀ ਛਾਲ ਮਾਰਦੇ ਸੀ, ਥੱਲੇ ਇੱਕ ਨੈਟ ਲਾਇਆ ਹੁੰਦਾ ਸੀ, ਉਹ ਨੈਟ ਦੇ ਵਿੱਚ ਛਾਲ ਮਾਰਦਾ ਸੀ ਤਾਂ ਕਿ ਸੱਟ ਨਹੀਂ ਉਹਦੇ ਲੱਗਦੀ ਸੀ। ਉਹਨੂੰ ਸੇਫਟੀ ਨੈਟ ਕਹਿੰਦੇ ਨੇ ਅੰਗਰੇਜ਼ੀ ਵਾਲੇ, ਠੀਕ ਹੈ, ਆਪਾਂ ਸੁਰੱਖਿਆ ਜਾਲ ਕਹਿ ਸਕਦੇ ਹਾਂ। ਉਹ ਵੀ ਸੇਫਟੀ ਨੈਟ ਤਾਂ ਕੋਈ ਲਾਓ ਤਾਂ ਕਿ ਕਿਸਾਨਾਂ ਦਾ ਜਮਾ ਹੀ ਕੁੰਡਾ ਨਾ ਹੋ ਜੇ। ਸੋ ਇਹ ਸਾਡੇ ਜਿਹੜੇ ਬਿੱਲ ਨੇ, ਜਿਹੜੇ ਹੁਣ ਕਾਨੂੰਨ ਬਣਾਏ ਨੇ ਇਹਨਾਂ ਨੇ, ਨਾਟ ਓਨਲੀ ਦਿਸ, ਮੈਂ ਤੁਹਾਨੂੰ ਇੱਕ ਛੋਟੀ ਜਿਹੇ 'ਚ ਲੈ ਕੇ ਜਾਊਂਗਾ। ਕਈ ਵਾਰੀ ਅਸੀਂ ਦੇਖਦੇ ਨਹੀਂ, ਬਹੁਤ ਜ਼ਿਆਦਾ ਕਿਹਾ ਜਾਂਦਾ ਜੀ ਨਹੀਂ ਜੀ ਸਰਕਾਰ ਤਾਂ ਸੁਹਿਰਦ ਹੁੰਦੀ ਹੈ ਜੀ, ਸਰਕਾਰ ਬੜਾ ਕੁਝ ਕਰਦੀ ਹੈ ਜੀ, ਸਰਕਾਰ 'ਤੇ ਭਰੋਸਾ ਕਰੋ ਜੀ, ਮੋਦੀ ਸਾਹਿਬ 'ਤੇ ਭਰੋਸਾ ਕਰੋ। ਇਹ ਬਹੁਤ ਗੱਲਾਂ ਆਉਂਦੀਆਂ ਨੇ, ਰੋਜ਼ ਕਹਿੰਦੇ ਨੇ BJP ਵਾਲੇ। ਮੈਂ ਉਸ ਪਾਸੇ ਨਹੀਂ ਜਾਵਾਂਗਾ 15 ਲੱਖ ਜਾਂ ਹੋਰ ਦੀ ਇਹਨਾਂ ਦੇ ਭਰੋਸਿਆਂ ਦੀ ਗੱਲ ਦੇ ਉੱਤੇ। ਉਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਕਿੰਨਾ ਕਹਿ ਕੇ ਕਿੰਨਾ ਇਹ ਦੂਜੇ ਦਿਨ ਹੀ ਬਦਲ ਜਾਂਦੇ ਨੇ। ਇਹ ਤਾਂ ਜੁਮਲਾ ਵੀ ਕਹਿ ਦਿੰਦੇ ਨੇ, ਅਮਿਤ ਸ਼ਾਹ ਜੀ ਨੇ ਕਹਿੰਦੇ ਉਹ 15 ਲੱਖ ਦਾ ਜੁਮਲਾ ਸੀ। ਪਰ ਮੈਂ ਇੱਕ ਫੈਕਚੁਅਲ ਸਹੀ ਪੋਜੀਸ਼ਨ ਵੱਲ ਜਾਵਾਂਗਾ। ਇਹ ਗੱਲ ਹੈ ਕਾਰਪੋਰੇਟ ਦੀ। ਕਾਰਪੋਰੇਟ ਦੇ ਵਿੱਚ ਰਿਲਾਇੰਸ ਜਿਹੜਾ ਹੈ, ਇਸ ਨੇ ਖੇਤੀ, ਮੈਂ ਖੇਤੀ ਤੇ ਕਾਰਪੋਰੇਟ ਦੇ ਸੰਬੰਧ 'ਚ ਹੀ ਗੱਲ ਕਰਾਂਗਾ ਇਸ ਮਾਮਲੇ 'ਚ। ਕਾਰਪੋਰੇਟ ਨੂੰ ਇਹਨਾਂ ਨੇ ਜਿਹੜੀ ਸੀ ਫਸਲ ਬੀਮਾ ਯੋਜਨਾ ਦਿੱਤੀ ਜੀ, ਫਸਲਾਂ ਦਾ ਬੀਮਾ ਹੋਏਗਾ ਤਾਂ ਕਿ ਕਿਸਾਨ ਨੂੰ ਜੇ ਫਸਲ ਮਾਰੀ ਜਾਵੇ ਉਹਦਾ ਕੁੰਡਾ ਨਾ ਹੋ ਜੇ, ਉਹਨੂੰ ਕੁਝ ਪੈਸਾ ਬੀਮੇ ਤੋਂ ਮਿਲ ਜੇ। ਇਹ ਜਿਹੜੀ ਫਸਲ ਬੀਮਾ ਯੋਜਨਾ ਇਹਨਾਂ ਨੇ ਦਿੱਤੀ ਉਹ ਬਹੁਤੀ ਰਿਲਾਇੰਸ ਕੋਲ ਹੈ। ਉਹਦੇ ਵਿੱਚ ਪਹਿਲਾਂ ਤਾਂ ਪੀ ਸਾਈਨ ਨਾਥ ਦੇ ਆਰਟੀਕਲ ਆਏ। ਹੁਣ ਉਹਦੇ 'ਚ ਕੀ ਹੈ, ਜਿਹੜਾ ਬੈਂਕ 'ਚੋਂ ਕਰਜ਼ਾ ਲੈਣਾ, ਬੈਂਕ ਵਾਲੇ ਪਹਿਲੇ ਬੀਮੇ ਦੀ ਜਿਹੜੀ ਬੰਦੇ ਵੱਲੋਂ ਕਿਸ਼ਤ ਨੇ ਉਹ ਆਪ ਹੀ ਕੱਟ ਲੈਂਦੇ ਨੇ, ਜਿੰਨਾ ਚਿਰ ਬੰਦਾ ਲਿਖ ਕੇ ਨਾ ਦੇਵੇ। ਕਿੱਥੇ ਤਾਂ ਇਹ ਹੋਣਾ ਚਾਹੀਦਾ ਵੀ ਲਿਖ ਕੇ ਦੇਣਾ ਚਾਹੀਦਾ, ਹਾਂ ਮੇਰਾ ਬੀਮਾ ਕਰੋ। ਉਹਨੇ ਲਿਖ ਕੇ ਦੇਣਾ ਕਿ ਮੇਰਾ ਬੀਮਾ ਨਾ ਕਰੋ, ਬਿਲਕੁਲ, ਯਾਨੀ ਕਿ ਨਹੀਂ ਤਾਂ ਧੱਕੇ ਨਾਲ ਕਿਸ਼ਤ ਕੱਟ ਹੀ ਲੈਣੀ ਹੈ। ਆਹ ਕੱਲ ਹੀ ਰਵੀਸ਼ ਜੀ ਪ੍ਰੋਗਰਾਮ ਕਰ ਰਹੇ ਸੀ, ਸ਼ਾਇਦ ਤੁਸੀਂ ਵੀ ਦੇਖਿਆ ਹੋਵੇ। ਮੈਂ ਉਹਨੂੰ ਡਿਟੇਲ ਦੇਖ ਰਿਹਾ ਸੀ ਤੇ ਵੀ ਕਿਵੇਂ ਕਿਸਾਨ ਰੋ ਰਹੇ ਨੇ ਕਿ ਕਿੰਨੇ 2017 ਦੇ ਬੈਂਕ ਨੇ ਪੈਸੇ ਕੱਟ ਲਏ। ਉਹ ਕਹਿੰਦੇ ਜੀ ਸਾਡੇ ਕੋਲ ਤਾਂ ਆਏ ਨਹੀਂ, ਕੰਪਨੀ ਵਾਲੇ ਕਹਿੰਦੇ ਸਾਡੇ ਕੋਲ ਥੋੜੇ ਆਏ ਨੇ। ਫਿਰ ਉਹਦੀ ਅਸੈਸਮੈਂਟ, ਯਾਨੀ ਕਿ ਤੁਸੀਂ ਕਿਸੇ ਬੰਦੇ ਨੂੰ, ਜਿਹੜਾ ਬੰਦਾ ਅਨਬਾਇਸ ਹੋ ਕੇ ਗੱਲ ਕਰਨਾ ਚਾਹੇ, ਤੁਸੀਂ ਪ੍ਰਾਈਵੇਟ ਏਜੰਸੀਆਂ ਤਾਂ ਛੱਡੋ, ਤੁਸੀਂ ਸਰਕਾਰੀ ਏਜੰਸੀਆਂ ਚਲੇ ਜਾਓ ਤੇ ਤੁਹਾਨੂੰ ਸਰਕਾਰੀ ਏਜੰਸੀਆਂ 'ਚ ਕੋਈ ਜਵਾਬਦੇਹੀ ਨਹੀਂ ਹੈ। ਅੱਜ ਡਾਕਖਾਨੇ ਚਲੇ ਜਾਓ, ਬੈਂਕਾਂ ਚਲੇ ਜਾਓ, ਕੋਈ ਨਹੀਂ ਜਵਾਬ ਦਿੰਦਾ। ਤੁਹਾਡੇ ਪੈਸੇ ਕੱਟ ਲਏ, ਫਿਰੀ ਜਾਓ, ਤੁਸੀਂ ਲਾਈ ਜਾਓ ਚੱਕਰ, ਬਿਜਲੀ ਬੋਰਡ ਜਾ ਕੇ ਚੱਕਰ ਲਾਈ ਜਾਓ। ਸੋ ਜਿਹੜੀਆਂ ਪ੍ਰਾਈਵੇਟ ਏਜੰਸੀਆਂ ਨੇ ਉਹਨਾਂ ਦਾ ਹਾਲ ਤਾਂ ਇਹ ਹੈ। ਇੱਕ ਤਾਂ ਰਿਲਾਇੰਸ ਦੇ ਵਿੱਚ, ਜਿੰਨੇ ਰਿਲਾਇੰਸ ਨੇ ਮੱਧ ਪ੍ਰਦੇਸ਼ ਦੇ ਵਿੱਚ ਇੱਕ ਇੱਕ ਜ਼ਿਲ੍ਹੇ ਦੇ ਉਹਨਾਂ ਨੇ ਪੀ ਸਾਈਨਾਥ ਜੀ ਨੇ ਦਿੱਤਾ ਵੀ ਕਿੰਨੇ ਹਜ਼ਾਰਾਂ ਕਰੋੜ ਰੁਪਈਆ ਜਿਹੜਾ ਪ੍ਰੀਮੀਅਮ ਦੇ ਰੂਪ ਦੇ ਵਿੱਚ ਰਿਲਾਇੰਸ ਵਾਲੇ ਕਮਾ ਗਏ, ਬੰਦਿਆਂ ਨੂੰ ਤਾਂ ਦਿੱਤਾ ਨਹੀਂ। ਯਾਨੀ ਕਿ ਜੇ ਉਹਨਾਂ ਨੇ 1500 ਕਰੋੜ ਰੁਪਈਆ ਪ੍ਰੀਮੀਅਮ ਦਾ ਲੈ ਲਿਆ, ਉਹ 'ਚੋਂ ਸਿਰਫ 100 ਕਰੋੜ ਰੁਪਈਆ ਵੰਡਿਆ, 1400 ਕਰੋੜ ਰੁਪਈਆ ਉਹਨਾਂ ਨੂੰ ਮੁਨਾਫਾ ਹੋ ਗਿਆ। ਸੋ ਇਹਦਾ ਮਤਲਬ ਬੀਮਾ ਯੋਜਨਾ ਉਹਨਾਂ ਨੂੰ ਮੁਨਾਫੇ ਵਾਸਤੇ ਹੈ, ਨਾ ਕਿ ਲੋਕਾਂ ਨੂੰ ਰਾਹਤ ਦੇਣ ਵਾਸਤੇ, ਜਿਹੜੀ ਤੁਰੰਤ ਰਾਹਤ ਮਿਲਣੀ ਚਾਹੀਦੀ ਹੈ। ਦੂਜਾ, ਇਹ ਜਵਾਬ ਜੇ ਕਿਵੇਂ ਨਹੀਂ ਹੁੰਦੇ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਨਿੱਜੀ ਵੀ ਐਗਜ਼ਾਮਪਲ ਸ਼ਾਇਦ ਮੈਂ ਕਦੇ ਦਿੱਤੀ ਵੀ ਹੋਵੇ, ਦੇ ਦਿੰਦਾ। ਰਿਲਾਇੰਸ ਦਾ ਮੇਰੇ ਕੋਲ ਫੋਨ ਸੀਗਾ, ਕਾਫੀ 10 ਸਾਲ ਪੁਰਾਣੀ ਗੱਲ ਹੈ।
ਜੀ ਉਹ 698 ਕਿੰਨੇ ਦਾ ਬਿੱਲ ਸੀ। ਮੈਂ ਇੱਕ ਬੰਦੇ ਨੂੰ ਕਹਿੰਦਾ, ਜਿਵੇਂ ਸੁਰਿੰਦਰ ਜੀ ਮੇਰਾ ਬਿੱਲ ਭਰ ਦਿਓ ਜਰਾ, ਮੇਰੇ ਤੋਂ ਜਾਇਆ ਨਹੀਂ ਜਾਣਾ। ਇੱਕ ਹੋਰ ਨੂੰ ਕਹਿਤਾ, ਉਹ ਦੋਨੇ ਨਕਦ ਬਿੱਲ ਭਰੇ ਗਏ। ਇਹਨਾਂ ਨੇ ਮੇਰਾ ਉਹ 700 ਰੁਪਇਆ ਵਾਪਸੀ ਨਹੀਂ ਕਰਿਆ, ਕਹੀ ਜਾਣ ਜੀ ਰਿਵਰਸ ਕਰਤਾ। ਮੈਂ ਕਿਹਾ ਚਲੋ ਪੈਸੇ ਕਿੱਥੇ ਨੇ? ਇਹ ਮੇਰੇ ਵਰਗੇ ਬੰਦੇ ਨੂੰ, ਜਿਹੜਾ ਚੰਡੀਗੜ੍ਹ 'ਚ ਬੈਠਾ ਹੈ, ਦੋਨੇ ਰਸੀਦਾਂ ਚੁੱਕੀ ਫਿਰਦਾ ਹੈ, ਉਹਨਾਂ ਨਾਲ ਲੜਾਈ ਕਰ ਸਕਦਾ, ਜੋ ਉਹਨੂੰ ਉਹ 700 ਰੁਪਏ ਤੋਂ ਹੱਥ ਧੋਣੇ ਪੈ ਸਕਦੇ ਨੇ ਤੇ ਚੰਡੀਗੜ੍ਹ ਵਰਗੇ ਸ਼ਹਿਰ 'ਚ, ਤਾਂ ਇੱਕ ਸਧਾਰਨ ਕਿਸਾਨ ਦਾ ਕੀ ਕਰਨਗੇ? ਮਤਲਬ ਮੈਂ ਤਾਂ ਇਹ ਉਦਾਹਰਨਾਂ ਦੇ ਰਿਹਾ ਵੀ ਇੱਕ ਸਧਾਰਨ ਕਿਸਾਨ ਤਾਂ ਇਹਨਾਂ ਦੇ ਬਿਲਕੁਲ ਹੀ ਰਹਿਮੋ ਕਰਮ ਤੇ ਹੋ ਜਾਏਗਾ। ਉਹਦੀ ਤਾਂ ਕੋਈ ਪੁੱਛ ਹੀ ਨਹੀਂ ਹੋਣੀ, ਉਹਨੂੰ ਤਾਂ ਕਿਸੇ ਨੇ, ਅਫਸਰ ਨੇ ਪੁੱਛਣਾ ਨਾ ਹੋਰ। ਸੋ ਇਹ ਜਿਹੜਾ ਮਹਾਭਿਯੋਗ ਦੀ ਜਿਹੜੀ ਗੱਲ ਆਪਾਂ ਕਰਦੇ ਆ, ਮੈਂ ਉੱਥੇ ਨਹੀਂ ਮੁੜ ਕੇ ਆ ਰਿਹਾ, ਉਹ ਇਸ ਕਰਕੇ ਜ਼ਿਆਦਾ ਜ਼ਰੂਰੀ ਆ। ਆਪਣੇ ਹੋ ਸਕਦਾ, ਨਹੀਂ ਹੋ ਸਕਦਾ, ਨੋ ਕੌਨਫੀਡੈਂਸ ਹੋ ਸਕਦੀ ਆ, ਪਾਸ ਹੋਊ ਨਹੀਂ ਹੋਊ, ਪਰ ਇੱਕ ਪੱਖੋਂ ਇਹ ਜ਼ਿਆਦਾ ਜ਼ਰੂਰੀ ਇਸ ਕਰਕੇ ਆ ਵੀ ਲੋਕਾਂ ਨੇ ਤਾਂ ਇੱਕ ਕਿਸਮ ਦਾ ਨੋ ਕੌਨਫੀਡੈਂਸ ਕਰਕੇ। ਇਹਦੇ ਵਿੱਚ ਮੈਨੂੰ ਇਹ ਦੱਸੋ ਕਿ ਇਹ ਕਾਂਗਰਸ ਹੀ ਇਕੱਲੀ ਕਰ ਸਕਦੀ ਹੈ ਜਾਂ ਬਾਕੀ ਪਾਰਟੀਆਂ ਵੀ ਕਰ ਸਕਦੀਆਂ? ਜੇ ਕਰ ਸਕਦੀਆਂ ਤਾਂ ਕਿਉਂ ਨਹੀਂ ਕਰ ਰਹੀਆਂ? ਕਿਉਂ ਬੇਭਰੋਸਗੀ ਮਤਾ ਨਹੀਂ ਲਿਆਂਦਾ ਜਾ ਰਿਹਾ? ਦੇਖੋ ਗੱਲ ਇਹ ਆ ਵੀ ਕਰ ਤਾਂ ਕੋਈ ਵੀ ਸਕਦੇ ਨੇ 50 MP, ਪਾਰਟੀਆਂ ਦਾ ਸਵਾਲ ਹੀ ਨਹੀਂ ਹੈ। 50 MP ਰਲਣ, ਕਾਂਗਰਸ ਵਾਲਿਆਂ ਦੇ 40-45 ਨੇ ਜਿਹੜੇ ਉਹ ਰਲ ਜਾਣ, ਬਾਕੀ 5 ਹੋਰ ਨਾਲ ਰਲਾ ਲੈਣ, ਆਪੋਜੀਸ਼ਨ ਵਾਲੇ ਰਲ ਜਾਣ, ਉਹਨਾਂ ਨਾਲ ਕਾਂਗਰਸ ਚੋਂ ਰਲ ਜਾਣ, ਰਲ ਕੋਈ 50, ਉੱਥੇ ਕੋਈ ਲਿਖਿਆ ਨਹੀਂ ਵੀ ਕਿਹੜੀ ਪਾਰਟੀ ਦੇ। ਹੁਣ ਈਵਨ ਬੀਜੇਪੀ ਦੇ ਭਾਵੇਂ ਵਿੱਚ 4 ਸਾਈਨ ਕਰ ਦੇਣ, 50 ਬੰਦਿਆਂ ਦੇ ਦਸਤਖਤ ਹੋ ਕੇ ਉਹ ਲੋਕ ਸਭਾ ਦੇ ਸਪੀਕਰ ਨੂੰ, ਸਭਾਪਤੀ ਨੂੰ ਦੇਣਾ ਹੁੰਦਾ ਹੈ, ਫਿਰ ਉਹਨੂੰ ਮਨਜ਼ੂਰ ਕਰਦਾ, ਫਿਰ ਉਹਦੇ ਤੇ ਚਰਚਾ ਹੁੰਦੀ ਹੈ, ਚਰਚਾ ਹੋ ਕੇ ਵੋਟਿੰਗ ਹੁੰਦੀ ਹੈ। ਸਵਾਲ ਇਹ ਹੈ ਵੀ ਜਿਹੜੀ ਆਪੋਜੀਸ਼ਨ ਆ ਉਹਨੂੰ ਪਤਾ ਵੀ ਗਿਣਤੀ ਕਿੰਨੀ ਕੁ ਹੈ। ਜੇ ਤਾਂ ਗਿਮਕ ਦੇ ਤੌਰ ਤੇ ਲਿਆਉਣਾ ਹੋਵੇ ਵੀ ਦੇਖੋ ਜੀ ਅਸੀਂ ਤਾਂ, ਸਾਨੂੰ ਭਰੋਸਾ ਨਹੀਂ ਤੁਹਾਡੇ 'ਚ, ਇੱਕ ਦੋ ਤਰੀਕੇ ਹੁੰਦੇ ਨਾ, ਜਿਵੇਂ ਕਿਸਾਨਾਂ ਨੇ ਕਹਿਤਾ ਕਿ ਜੇ ਇਦਾਂ ਤਾਂ ਮੂੰਹ ਤਾਂ ਸਾਡੇ ਤੁਸੀਂ ਉਹੀ ਗੋਲੀ ਮਾਰ ਦਿਓ, ਫਿਰ ਕਿਹਾ ਕਿ ਨਹੀਂ ਕਿਹਾ ਮੀਟਿੰਗ 'ਚ? ਹੁਣ ਆਏ ਨਹੀਂ ਵੀ ਉਹਨਾਂ ਨੇ, ਸਰਕਾਰ ਨੇ ਗੋਲੀ ਮਾਰ ਦੇਣੀ ਹੈ, ਜਾਂ ਕਿਸਾਨ ਸੱਚੀ ਮੁੱਚੀ ਸੋਚਦੇ ਵੀ ਹੁਣੀ ਗੋਲੀ ਮਾਰ ਦੇਣਗੇ। ਇਹ ਕਹਿਣ ਦਾ ਮਤਲਬ ਇਹ ਹੁੰਦਾ ਹੈ ਵੀ ਕਿੱਡਾ ਵੱਡਾ ਨਹੋਰਾ ਦੇਣਾ ਵੀ ਤੁਸੀਂ ਤਾਂ ਇੰਨਾ ਮਾੜਾ ਕਰ ਦਿਓ। ਸੋ ਹੁਣ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਜੇ ਕੋਈ ਮਤਾ ਲੈ ਕੇ ਵੀ ਆਉਣ, ਤਾਂ ਲੈ ਕੇ ਤਾਂ ਆਉਣਗੀਆਂ ਇਸ ਗੱਲ ਕਰਕੇ ਵੀ ਇਹ ਪਾਸ-ਪੂਸ ਭਾਵੇਂ ਨਹੀਂ ਵੀ ਹੋਣਾ, ਪਰ ਅਸੀਂ ਕਹਿੰਦੇ ਆ ਵੀ ਤੁਸੀਂ ਠੀਕ ਨਹੀਂ ਹੈਗੇ, ਤੁਹਾਨੂੰ ਪ੍ਰਾਈਮ ਮਿਨਿਸਟਰ ਰਹਿਣ ਦਾ ਕੋਈ ਹੱਕ ਨਹੀਂ ਹੈ। ਪਰ ਇਹ ਪਾਰਟੀਆਂ ਕੋਲ ਨਹੀਂ ਲੱਗੀਆਂ, ਇਹ ਪਾਰਟੀ ਜੇ ਬੀਜੇਪੀ ਦੇ 50 ਸੰਸਦ ਮੈਂਬਰ ਕੋਈ ਇਹੋ ਜਿਹਾ ਮਤਾ ਲੈ ਆਉਣ ਬੇਭਰੋਸਗੀ ਦਾ, ਤਾਂ ਸਰਕਾਰ ਡਿੱਗ ਸਕਦੀ ਹੈ। ਹੋ ਸਕਦਾ ਏਦਾਂ? ਕਿੱਦਾਂ ਬੀਜੇਪੀ ਦੇ? ਜੀ ਨਹੀਂ, ਕੋਈ ਵੀ ਲੈ ਆਉਣ 50, ਜੇ ਬੀਜੇਪੀ ਦੀ ਵੀ ਲਿਆਉਣ, ਉੱਥੇ ਤਾਂ ਵੋਟਿੰਗ ਹੋਣੀ ਹੈ। ਨਹੀਂ, ਵੋਟਿੰਗ ਹੋਣੀ। ਬੀਜੇਪੀ ਆਉਣ ਤੇ ਉਹ ਸਰਕਾਰ ਡਿੱਗ ਸਕਦੀ ਹੈ ਇਸ ਨਾਲ? ਨਹੀਂ, ਐਸਾ ਨਹੀਂ ਹੈ, ਇਹ ਗਲਤ ਹੈ। ਇਹ ਕੀ ਹੈ ਕਿ 50 ਮੈਂਬਰ ਜਿਹੜੇ ਮਰਜ਼ੀ ਲੈ ਆਉਣ, ਉਹ ਜਿਹੜੀ ਮਰਜ਼ੀ ਪਾਰਟੀ ਦੇ ਹੋਣ, ਅਕ੍ਰੋਸ ਪਾਰਟੀ ਲਾਈਨ ਹੋਣ, ਰਲ ਕੇ ਹੋਣ, ਉਹਨਾਂ ਨੇ ਲਿਖ ਕੇ ਦੇਣਾ ਕਿ ਸਾਡਾ ਇਹ ਬੇਭਰੋਸਗੀ ਦਾ ਮਤਾ ਹੈ, ਇਸ ਗੱਲ ਕਰਕੇ ਹੈ। ਜਿਵੇਂ ਕਿਸਾਨਾਂ ਬਿਲਾਂ ਤੇ ਲਿਖ ਸਕਦੇ ਨੇ ਵੀ ਇਹਨਾਂ ਨੇ ਜਾਤੀ ਕਰੀ ਹੈ, ਅਸੀਂ ਇਹਦੇ ਉੱਤੇ ਬੇਭਰੋਸਗੀ ਦਾ ਮਤਾ ਹੈ। ਉਹਦੇ ਉੱਤੇ ਫਿਰ ਚਰਚਾ ਹੁੰਦੀ ਹੈ। ਲੋਕ ਸਭਾ ਦਾ ਪਹਿਲਾਂ ਸਪੀਕਰ ਉਹਨੂੰ ਮਨਜ਼ੂਰ ਕਰਦੇ ਨੇ ਵੀ ਹਾਂ ਠੀਕ ਆ, ਮਨਜ਼ੂਰ ਆ ਤੁਹਾਡਾ ਮਤਾ। ਜਿਵੇਂ ਪਰਜੀ ਨਹੀਂ ਦਿੰਦੇ, ਚੰਗਾ ਯਾਰ ਤੇਰੀ ਅਰਜ਼ੀ ਆਪਾਂ ਅਦਾਲਤ 'ਚ ਅਰਜ਼ੀ ਦਿੰਦੇ ਹਾਂ, ਉਹ ਕਹਿੰਦੇ ਹਾਂ ਜੀ ਸੁਣਵਾਈ ਵਾਸਤੇ ਲਾਤੀ, ਉਹ ਸੁਣਵਾਈ ਵਾਸਤੇ ਲੱਗਦਾ। ਫਿਰ ਜਦੋਂ ਲੱਗਦਾ ਉਹਦੇ 'ਚ ਬਹਿਸ ਹੁੰਦੀ ਆ ਲੋਕ ਸਭਾ 'ਚ, ਜਦੋਂ ਬਹਿਸ ਹੁੰਦੀ ਆ, ਜਦ ਤਾਂ ਮਿਨੋਰਟੀ, ਜਿਵੇਂ ਵਾਜਪਾਈ ਸਾਹਿਬ ਦੀ ਸਰਕਾਰ ਨੇ ਵੋਟਿੰਗ ਤੋਂ ਬਿਨਾਂ ਰਿਜ਼ਾਈਨ ਕਰਿਆ ਸੀ, ਉਹਨਾਂ ਨੇ ਦੇਖ ਲਿਆ ਰਿਜ਼ਾਈਨ ਆਪਦਾ ਭਾਸ਼ਣ ਕਰਕੇ ਵਾਜਪਾਈ ਸਾਹਿਬ ਰੈਜ਼ੀਗਨੇਸ਼ਨ ਦੇਣ ਚਲੇ ਗਏ, ਉਹਨਾਂ ਨੂੰ ਪਤਾ ਵੀ ਮੈਂ ਤਾਂ ਹਾਰਨੀ ਹੈ। ਤੇ ਇਸ ਤਰ੍ਹਾਂ ਦਾ ਜਿਹੜਾ ਹੁੰਦਾ ਹੈ, ਇੱਕ ਵੋਟ ਤੇ ਹਾਰੇ ਸੀ ਇੱਕ ਵਾਰੀ। ਸੋ ਇਹ ਜਿਹੜਾ ਹੁੰਦਾ ਹੈ ਨਾ ਬੇਭਰੋਸਗੀ ਦੇ ਮਤੇ ਦਾ ਜਿਹੜਾ ਸਵਾਲ ਹੈ, ਉਹ ਲਿਆ ਕੋਈ ਵੀ ਸਕਦਾ ਹੈ, ਪਰ ਉੱਥੇ ਹੋਣੀ ਵੋਟਿੰਗ ਹੈ, ਉੱਥੇ ਏਦਾਂ ਹੀ ਨਹੀਂ ਪਾਸ ਹੋ ਜਾਣਾ। ਉਹ ਵੋਟਿੰਗ ਹੋ ਕੇ ਮੈਜੋਰਟੀ ਜਿੰਨੇ ਹਾਜ਼ਰ ਨੇ ਉਹਨਾਂ ਦੀ ਮੈਜੋਰਟੀ ਜੇ ਉਹਨਾਂ ਦੇ ਅਗੇਂਸਟ ਕਰ ਦਿੰਦੀ ਹੈ, ਤਾਂ ਉਹ ਮਤਾ ਪਾਸ ਹੋ ਜਾਂਦਾ ਲੋਕ ਸਭਾ 'ਚ, ਫਿਰ ਉਹ ਪ੍ਰਾਈਮ ਮਿਨਿਸਟਰ ਨਹੀਂ ਰਹਿੰਦਾ। ਸੋ ਇਹ ਮਤਾ ਲਿਆਉਣ ਦਾ ਮਤਲਬ ਤਾਂ ਸਿਰਫ ਇੰਨਾ ਹੀ ਹੋ ਸਕਦਾ ਹੈ। ਇਹ ਪਾਰਟੀਆਂ ਕਿਉਂ ਨਹੀਂ ਲਾਉਂਦੀਆਂ? ਇੱਕ ਸਵਾਲ ਸੀ ਤੁਹਾਡਾ ਜਿਹੜਾ, ਉਹ ਪਾਰਟੀਆਂ ਤਾਂ ਨਹੀਂ ਲਾਉਂਦੀਆਂ, ਸਾਰੀਆਂ ਇਸ ਹਮਾਮ 'ਚ ਇੱਕੋ ਜਿਹੀਆਂ ਹੀ ਨੇ, ਤੇ ਉਹਨਾਂ ਨੀਤੀਆਂ ਦੇ ਉੱਤੇ, ਨੀਤੀਆਂ ਲਿਆਉਣ 'ਚ ਵੀ ਇਹ ਸ਼ਾਮਲ ਨੇ। ਅੱਜ ਵੀ ਇਹ ਉਹਨਾਂ ਡਟ ਕੇ ਨੀਤੀਆਂ ਦਾ ਵਿਰੋਧ ਨਹੀਂ ਕਰਦੇ, ਇਹ ਸਿਰਫ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੇ ਨੇ, ਜਾਂ ਇੱਕ ਅੱਧੀ ਹੋਰ ਗੱਲ ਦਾ, ਉਹਦੇ ਤੌਰ ਤਰੀਕੇ ਦਾ ਵਿਰੋਧ ਕਰ ਰਹੇ ਨੇ। ਇਹ ਜਿਹਨੂੰ ਆਪਾਂ ਕਹਿੰਦੇ ਆ ਵੀ ਅਸੂਲਨ ਤੌਰ ਤੇ ਕਿ ਸਾਡੇ ਵਿਕਾਸ ਦਾ ਮਾਡਲ ਹੈ ਜਿਹੜਾ, ਕੀ ਉਹ ਕਾਰਪੋਰੇਟ ਪੱਖੀ ਹੋਵੇ, ਜਿਹਨੂੰ ਸੁਧਾਰ ਕਹਿੰਦੇ ਨੇ, ਇਹ ਨਵ ਉਦਾਰਵਾਦੀ ਸੁਧਾਰ, ਜਾਂ ਉਹ ਆਮ ਲੋਕਾਂ ਦੇ ਪੱਖੀ ਹੋਵੇ। ਇਹ ਕਾਰਪੋਰੇਟ ਪੱਖੀ ਵਾਸਤੇ ਸਾਰੀਆਂ ਪਾਰਟੀਆਂ ਨਾਲ ਨੇ, ਚਾਹੇ ਉਹ ਖੇਤਰੀ ਪਾਰਟੀਆਂ ਨੇ, ਚਾਹੇ ਉਹ ਹੈਗੀਆਂ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਆਪਦੇ ਆਪ ਨੂੰ ਕਹਾਉਂਦੀਆਂ ਨੇ, ਉਹ ਸਾਰੇ ਇੱਕੋ ਜਿਹੇ ਨੇ। ਉਸ 'ਚ ਕੋਈ ਥੋੜਾ ਤੇਜ਼ ਚੱਲਦਾ, ਕੋਈ ਥੋੜਾ ਹੌਲੀ ਚੱਲਦਾ। ਸੋ ਇਸ ਕਰਕੇ ਮੈਨੂੰ ਲੱਗਦਾ ਨਹੀਂ। ਆਪਾਂ ਜੇਕਰ ਅਡਾਨੀ ਦੀ ਗੱਲ, ਆਪਾਂ ਜਿਵੇਂ ਪਹਿਲਾਂ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਕਿ ਅਡਾਨੀਆਂ ਤੇ ਦਰਿਆ ਦੇ ਲਈ, ਅਡਾਨੀ ਦੇ ਕਾਰੋਬਾਰਾਂ ਤੇ ਦਰਿਆ ਦੇ ਲਈ ਏਅਰਪੋਰਟਸ ਨੂੰ ਲੈ ਕੇ ਖਬਰਾਂ ਛਪੀਆਂ, ਹੋਰ ਖਬਰਾਂ ਜਿਹੜੀਆਂ ਤੁਹਾਡੇ ਕੋਲ ਨੇ, ਉਹ ਵੀ ਥੋੜਾ ਵਿਸਥਾਰ ਵਿੱਚ ਦੱਸੋਗੇ ਕਿਸ ਤਰੀਕੇ ਦੇ ਨਾਲ ਸਰਕਾਰ ਦੀ ਛਤਰ ਛਾਇਆ ਦੇ ਹੇਠ ਕਾਰੋਬਾਰ ਵੱਧ ਫੁੱਲ ਰਿਹਾ? ਦੇਖੋ, ਮੈਂ ਏਅਰਪੋਰਟ ਦੇ ਬਾਅਦ 'ਚ ਆਉਣਾ, ਪਹਿਲਾਂ ਮੈਂ ਖੇਤੀ, ਕਿਉਂਕਿ ਖੇਤੀ ਨਾਲ ਸੰਬੰਧਿਤ ਜ਼ਿਆਦਾ ਲੋਕਾਂ ਨੂੰ ਜ਼ਿਆਦਾ ਚਿੰਤਾ ਹੈ, ਉਹ ਆਪਾਂ ਬਾਅਦ 'ਚ ਆਉਂਦੇ ਹਾਂ ਏਅਰਪੋਰਟਾਂ ਦੀ ਗੱਲ ਤੇ। ਖੇਤੀ ਦੇ ਸੰਬੰਧ ਦੇ ਵਿੱਚ ਅਡਾਨੀ ਨੇ, ਸਾਨੂੰ ਇਹ ਸਾਰਿਆਂ ਨੂੰ ਪਤਾ ਵੀ ਅਡਾਨੀ ਦਾ ਸਾਈਡੋ ਹੈ ਫਿਰੋਜ਼ਪੁਰ ਦੇ ਵਿੱਚ, ਮੋਗੇ ਦੇ ਲਾਗੇ।
ਸਾਨੂੰ ਇਹ ਵੀ ਪਤਾ ਵੀ ਨਸ਼ਹਿਰਾ ਮੱਝਾ ਸਿੰਘ ਵੀ ਇਹਨੇ ਲਿਆ ਹੋਇਆ। ਸਾਨੂੰ ਇਹ ਵੀ ਪਤਾ ਵੀ ਇੱਥੇ ਕਰਨਾਲ ਦੇ ਵਿੱਚ ਵੀ ਇਸਨੇ ਜ਼ਮੀਨ ਲੈ ਕੇ ਵੱਡਾ ਵੱਡਾ ਸਾਈਲੋ 100 ਏਕੜ 'ਚ ਹੋ ਰਿਹਾ। ਇਸ ਨੇ ਹਿਮਾਚਲ ਪ੍ਰਦੇਸ਼ ਵੀ ਸਾਈਲੋ ਬਣਾਏ ਹੋਏ ਨੇ 3, ਉੱਥੇ ਸੇਬ ਦੇ ਵਾਸਤੇ ਨੇ। ਉਹਨਾਂ ਦੀ ਕਪੈਸਿਟੀ ਹੈ ਜਿਹੜੀ 10 ਲੱਖ ਉਹਦੇ ਵਿੱਚ ਬਕਸੇ ਆ ਸਕਦੇ ਨੇ। ਉਹਦੇ 'ਚ 7-8 ਲੱਖ ਤਾਂ ਜਿਹੜਾ ਹੈਗਾ ਉਹ ਰੱਖਦਾ ਹੈ ਆਪਦਾ, ਮਤਲਬ ਜਿਹੜਾ ਹੈ ਕਿਰਾਏ ਤੇ ਦਿੰਦਾ ਵੱਡੇ ਵੱਡੇ ਬਾਗਾਂ ਵਾਲਿਆਂ ਨੂੰ। 3 ਲੱਖ ਇਹ ਆਪਦਾ ਸੇਬ ਰੱਖਦਾ ਹੈ। ਔਰ ਸੇਬ ਦੀ ਕੁਆਲਿਟੀ ਜਿਹੜੀ ਹੈ, ਬੈਸਟ ਕੁਆਲਿਟੀ ਦਾ ਸੇਬ ਉਹ 40 ਤੋਂ 60 ਵਿਕਦਾ। ਜਿਹੜਾ ਲੋਐਸਟ ਕੁਆਲਿਟੀ ਦਾ ਉਹ 3 ਤੋਂ 5 ਰੁਪਏ, 6 ਰੁਪਏ, 7 ਰੁਪਏ ਤੱਕ ਵਿਕਦਾ। ਸੋ 6 ਤੋਂ 8 ਰੁਪਏ ਤੱਕ ਇਹ ਸੇਬ ਲੈ ਕੇ ਕਈ ਵਾਰੀ ਇਸ ਗੇਟ ਵਿੱਚ ਹੀ ਲਿਆ ਤੇ ਬਾਹਰ ਹੀ ਨਾਲ ਦੀ ਨਾਲ ਹੀ ਕੱਢਤਾ, ਉਹ 13 ਤੋਂ 15 ਰੁਪਏ ਤੱਕ ਕੱਢ ਦਿੰਦਾ। ਇਹ ਔਨ ਰਿਕਾਰਡ ਨੇ। ਇੱਕ ਤਾਂ ਇਹ ਹੈ ਵੀ ਜਿਹੜਾ ਇਹ ਕਹਿੰਦੇ ਨੇ ਵੀ ਮਨਮਰਜ਼ੀ ਦਾ ਭਾਅ ਲੈ ਲੂਗਾ, ਉਹ ਵਿਚਾਰਾ ਜਿਹੜਾ ਪੂਰੇ ਮੁਲਕ ਦਾ ਸੇਬ ਜਿਹੜਾ ਪੈਦਾ ਹੁੰਦਾ ਹੈ ਉਹਦਾ ਤਕਰੀਬਨ 30% ਤੋਂ ਲੈ ਕੇ 40% ਤੱਕ ਇਕੱਲੇ ਹਿਮਾਚਲ 'ਚ ਪੈਦਾ ਹੁੰਦਾ ਹੈ। ਜਿਹੜਾ ਹਿਮਾਚਲ 'ਚ ਸੇਬ ਪੈਦਾ ਹੁੰਦਾ ਹੈ ਉਹਦਾ 70% ਇਕੱਲੇ ਸ਼ਿਮਲਾ ਜ਼ਿਲ੍ਹੇ 'ਚ ਹੁੰਦਾ ਹੈ। ਹੁਣ ਸ਼ਿਮਲਾ ਤਾਂ ਰਾਜਧਾਨੀ ਹੈ ਨਾ HP ਦੀ, ਉੱਥੇ ਤਾਂ ਨੇੜੇ ਆ, ਹਾਈ ਕੋਰਟ ਵੀ ਨੇੜੇ ਹੈ, ਤਾਕਤ ਵੀ ਨੇੜੇ ਹੈ, ਸਰਕਾਰ ਵੀ ਨੇੜੇ ਹੈ। ਉੱਥੇ ਕੀ ਹੋ ਰਿਹਾ ਉਹ ਮੈਂ ਦੱਸਦਾ। ਉਹਦੇ ਵਿੱਚ ਜਿਹੜੇ ਇਹਦੇ ਸਾਈਲੋ ਨੇ, ਇੱਕ ਬੇਥਲ 'ਚ ਆਇਆ, ਇੱਕ ਉੱਥੇ ਉਹ 3 ਜਗ੍ਹਾ ਤੇ ਨੇ ਸਾਈਲੋ ਇਹਦੇ। ਉਹ 3 ਜਗ੍ਹਾ ਤੇ ਜਿਹੜੇ ਸਾਈਲੋ ਨੇ ਉਹਨਾਂ ਦੇ ਵਿੱਚ ਇਹਦੀ ਕਪੈਸਿਟੀ ਹੈ ਜਿਹੜੀ, ਉੱਥੇ ਇੱਕ ਤਾਂ ਜਿਹੜਾ ਕਿਸਾਨ ਹੈ 30% ਜਿਹੜਾ ਕਿਸਾਨ ਉਹ ਹੈ ਜਿਹੜਾ ਬਹੁਤ ਗਰੀਬ ਹੈ, ਜਿਹਦਾ ਸੇਬ ਉਹੀ 3 ਤੋਂ ਲੈ ਕੇ 5 ਤੋਂ ਲੈ ਕੇ 7 ਰੁਪਏ ਕਿਲੋ ਤੱਕ ਵਿਕਦਾ। ਉਹਨੂੰ ਵਿਚਾਰੇ ਨੂੰ ਮਜਬੂਰੀ 'ਚ ਵੇਚਣਾ ਹੀ ਪੈਂਦਾ, ਹੋਰ ਕੋਈ ਤਰੀਕਾ ਹੀ ਨਹੀਂ ਉਹਦੇ ਕੋਲੇ। ਉਹ ਲੈ ਕੇ ਇਹ 13 ਤੋਂ 15 ਰੁਪਏ ਕਿਲੋ ਨਾਲ ਦੀ ਨਾਲ ਹੀ ਵੇਚ ਦਿੰਦਾ। ਹੁਣ ਪੈਸੇ ਕਿਹਨੂੰ, ਜਿਹੜਾ ਕਹਿੰਦਾ ਮੋੜ ਭਾਅ ਕਰ ਲੂਗਾ, ਪੈਸੇ ਕਿਹਨੂੰ ਗਏ? ਉੱਥੇ ਮੰਡੀ ਤੋਂ ਬਾਹਰ ਵਿਕਦਾ ਇਹ। ਜਿਹੜਾ ਮੈਂ ਦੱਸ ਰਿਹਾ, ਜਿਹੜੀ ਆਪਣੀ APMC ਮੰਡੀ ਵਾਲਾ ਝਗੜਾ ਉਹ ਨਹੀਂ ਹੈ, ਸਰਕਾਰੀ ਮੰਡੀ ਨਹੀਂ, ਮੰਡੀ ਤੋਂ ਬਾਹਰ ਦੀ ਗੱਲ ਕਰ ਰਿਹਾ। ਮੰਡੀ ਤੋਂ ਬਾਹਰ ਇਸ ਤਰ੍ਹਾਂ ਵਿਕ ਰਿਹਾ। ਦੂਜਾ, ਇਹ ਫਿਰ ਮੁਨਾਫਾ ਕਿਹਨੇ ਲਿਆ? ਮੋੜ ਭਾਅ ਕਿਹਨੇ ਕਰਿਆ? ਇਹ ਕਹਿੰਦੇ ਨਾ ਵੀ ਮੋੜ ਭਾਅ ਕਰਕੇ ਤੁਸੀਂ ਵੇਚ ਸਕਦੇ ਹੋ, ਉਹ ਤਾਂ ਸੇਬ ਵੇਚ ਰਿਹਾ ਵਿਚਾਰਾ ਨਾ, ਮੋੜ ਭਾਅ ਕਰਕੇ। ਆਹ ਮੋੜ ਭਾਅ ਹੈ ਉਹਦਾ, ਤੇ ਫਾਇਦਾ ਕਿਹਨੂੰ ਹੋਇਆ? ਫਿਰ ਉਹ ਵੀ ਸੇਬ ਜਿਹੜਾ ਮਾੜਾ ਸੇਬ ਹੈ, ਉਹ ਮਾੜਾ ਸੇਬ 40 ਤੋਂ 50 ਰੁਪਏ ਕਿਲੋ ਵਿਕਦਾ ਰੇਹੜੀਆਂ ਦੇ ਉੱਤੇ। ਫਿਰ ਹੁਣ ਜਿਹੜੇ ਪ੍ਰੋਡਿਊਸਰ ਆ ਉਹਨੂੰ ਤਾਂ ਮਿਲਿਆ 3 ਤੋਂ 5 ਜਾਂ 6 ਜਾਂ ਵੱਧ ਤੋਂ ਵੱਧ 8 ਰੁਪਏ ਕਿਲੋ। ਠੀਕ ਹੋ ਗਿਆ। ਅਡਾਨੀ ਨੇ ਵੇਚਤਾ 15 ਰੁਪਏ ਕਿਲੋ। ਜਿੰਨਾ ਉਹਨੇ ਪ੍ਰੋਡਿਊਸ ਕਰਨ ਤੇ ਪੈਸੇ ਲੈਣੇ, ਉਹਨੇ ਪੈਸੇ ਅਡਾਨੀ ਉਦਾਂ ਹੀ ਇਧਰੋਂ ਲੈ ਕੇ ਤੇ ਇੱਧਰ ਸੌਦਾ ਕਰਨ 'ਚ ਹੀ ਲੈ ਗਿਆ। ਉਦੋਂ ਅੱਗੇ ਜਿਹੜੇ ਬਾਕੀ 35 ਰੁਪਏ ਹੋਰ ਐਡ ਹੋ ਗਏ, ਉਹਦੇ 'ਚ 15 ਵਾਲੇ 'ਚ 50 ਰੁਪਏ 'ਚ ਕੰਜ਼ਿਊਮਰ ਨੂੰ ਮਿਲਿਆ। ਸੋ ਕੰਜ਼ਿਊਮਰ ਨੂੰ 50 ਰੁਪਏ 'ਚ ਮਿਲਿਆ, ਪ੍ਰੋਡਿਊਸਰ ਨੂੰ ਮਿਲੇ ਉਹਦੇ 8 ਰੁਪਏ। ਆਪਾਂ ਆਲੂਆਂ ਦਾ ਦੇਖਦੇ ਹਾਂ, ਆਲੂ 7 ਰੁਪਏ ਕਿਲੋ ਵਿਕਦਾ ਹੈ ਤੇ ਮੰਡੀ 'ਚੋਂ 30 ਰੁਪਏ ਕਿਲੋ ਵਿਕ ਰਿਹਾ। ਸੋ ਇਹ ਜਿਹੜਾ ਹੈ, ਇਹ ਕਹਿਣਾ ਲੋਕਾਂ ਦਾ ਮਤਲਬ, ਜਿਹੜੇ ਸ਼ਹਿਰਾਂ 'ਚ ਬੈਠੇ ਨਾ ਕਈ ਵਾਰੀ ਮਿਡਲ ਕਲਾਸ, ਉਹ ਨਾ ਤਾਂ ਉਹਨੂੰ ਪਤਾ ਖੇਤੀ ਕਿਵੇਂ ਹੁੰਦੀ ਹੈ, ਨਾ ਉਹਨੇ ਕਦੇ ਵੇਚਿਆ, ਨਾ ਕਦੇ ਉਹਨੇ ਪਾਲੇ 'ਚ ਦੇਖਿਆ ਵੀ ਆਲੂ ਪੱਤੇ ਕਿਵੇਂ ਜਾਂਦੇ ਨੇ। ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਆਲੂ ਧਰਤੀ 'ਚ ਹੁੰਦੇ ਨੇ ਕਿ ਉੱਤੇ ਲੱਗਦੇ ਨੇ। ਸੱਚੀ ਮੁੱਚੀ ਮੈਂ ਦੇਖਿਆ ਇੱਕ ਵਾਰੀ ਨਾ, ਸਾਡੇ ਨਾਲ ਕੁਛ ਬੰਦੇ ਆਏ ਦਿੱਲੀ ਦੇ, ਉਹ ਕੋਟਕਪੂਰੇ ਦੇ ਲਾਗੇ ਨਾ ਟਿੰਡੇ ਲੱਗੇ ਹੋਏ ਸੀ ਨਰਮੇ ਦੇ। वो कहने की है, मैं कहा ये कॉटन है, अमेरिकन कॉटन। अच्छा इसमें से फिर वो कैसे निकलता है उन्होंने पता नहीं जी, वो तोड़ तोड़ के देखने भी ਹੁੰਦਾ ਕੀ ਆ। ਸੋ ਇਸ ਕਰਕੇ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਤੁੱਕੇ ਜਿਹੜੇ ਨੇ ਕਿਕਰਾਂ ਨੂੰ ਲੱਗਦੇ ਨੇ ਕਿ ਅੰਬ ਦੇ ਪੇੜ ਨੂੰ ਲੱਗਦੇ ਨੇ। ਲੋਕ ਨਾ ਕਿਸਾਨਾਂ ਨੂੰ ਇਹ ਸੁਝਾਅ ਦਿੰਦੇ ਨੇ ਕਿ ਤੁਸੀਂ ਕੋਲਡ ਸਟੋਰੇਜ ਜਾਂ ਕੋਈ ਵੀ ਇਹੋ ਜਿਹੀ ਸਟੋਰ ਜਿੱਥੇ ਸਟੋਰੇਜ ਹੋ ਜੇ ਫਸਲ ਤੁਹਾਡੀ, ਉਹ ਪਿੰਡ ਪੱਧਰ ਤੇ ਕਿਉਂ ਨਹੀਂ ਬਣਾਉਂਦੇ? ਕੀ ਉਹਦੇ ਨਾਲ ਕਿਸਾਨਾਂ ਨੂੰ ਕੋਈ ਫਾਇਦਾ ਹੋ ਸਕਦਾ ਹੈ ਜਾਂ ਨਹੀਂ ਫਾਇਦਾ ਹੋ ਸਕਦਾ, ਤੇ ਕਿਵੇਂ ਬਣਾਏ ਜਾ ਸਕਦੇ ਨੇ? ਕੀ ਪਲੈਨਿੰਗ ਹੋ ਸਕਦੀ? ਬਿਲਕੁਲ ਠੀਕ ਹੈ ਤੁਹਾਡੀ ਗੱਲ, ਇਹ ਸਵਾਲ ਠੀਕ ਹੈ, ਸੁਜੈਸ਼ਨ ਵੀ ਕੁਛ ਹੱਦ ਤੱਕ ਠੀਕ ਹੈ, ਪਰ ਸੁਜੈਸ਼ਨ ਇਹ ਇਕੱਲੀ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਸਾਡਾ ਜਿਹੜਾ ਵਿਕਾਸ ਦਾ ਮਾਡਲ ਹੈ, ਅਸਲ 'ਚ ਆਪਾਂ ਜੇ ਕਹੀਏ ਇਕੱਲੀ ਖੇਤੀ ਨੂੰ ਆਪਾਂ ਬਚਾ ਲਾਂਗੇ, ਇਕੱਲੀ ਖੇਤੀ ਨਹੀਂ ਬਚਾ ਸਕਦੇ, ਕਿਉਂਕਿ ਖੇਤੀ ਦੇ ਨਾਲ ਭੋਜਨ ਕਿਹੋ ਜਿਹਾ ਹੋਵੇ, ਕੱਪੜੇ ਕਿਹੋ ਜਿਹੇ ਹੋਣ, ਘਰ ਕਿਹੋ ਜਿਹੇ ਪਾਉਣ, ਸਾਡਾ ਭਾਈਚਾਰਾ ਕਿਹੋ ਜਿਹਾ ਹੋਵੇ, ਠੀਕ ਹੈ, ਸਾਡਾ ਸੱਭਿਆਚਾਰ ਕਿਹੋ ਜਿਹਾ ਹੋਵੇ, ਸਾਡੀ ਪੜ੍ਹਾਈ ਕਿਹੋ ਜਿਹੀ ਹੋਵੇ, ਸਾਡੀ ਸਿਹਤ ਕਿਹੋ ਜਿਹੀ ਹੋਵੇ, ਸਾਡੇ ਜੰਗਲ ਕਿਹੋ ਜਿਹੇ ਹੋਣ, ਇਹ ਸਾਰਾ ਕੁਝ ਜੁੜਿਆ ਹੋਇਆ। ਪਹਿਲੀ ਗੱਲ ਤਾਂ ਇਹ ਹੈ। ਦੂਜੀ ਗੱਲ ਇਹ ਹੈ ਇਹਦੇ ਵਿੱਚ ਵੀ ਇਹ ਸਾਰੇ ਕਾਸੇ ਵਾਸਤੇ ਇੱਕ ਤਾਂ ਮਾਡਲ ਬਦਲਣਾ ਹੈ, ਪਰ ਜਿਹੜਾ ਗਿਵਨ ਮਾਡਲ ਵੀ ਆ ਜੋ ਚੱਲ ਰਿਹਾ ਉਹਦੇ ਵਿੱਚ ਸਾਡੇ ਕੋਲ ਇੱਕ ਆਲਟਰਨੇਟਿਵ ਹੈ, ਇੱਕ ਵਿਕਲਪ ਹੈਗਾ। ਉਹ ਵਿਕਲਪ ਹੈਗਾ ਕੋਆਪਰੇਟਿਵ ਖੇਤੀ ਕਰਨਾ। ਇੱਥੇ ਆ ਜਿਹੜਾ ਹੈਗਾ ਨਾ ਆਪਣਾ ਕਹਿ ਲਓ ਵੀ ਭਵਾਨੀਗੜ੍ਹ ਬਲਾਕ ਦੇ ਵਿੱਚ ਇਹ ਕੋਸ਼ਿਸ਼ ਕਰੀ ਆ ਦਲਿਤਾਂ ਨੂੰ ਜਿਹੜੀ ਜ਼ਮੀਨ ਉਹਨਾਂ ਨੂੰ 30% ਜ਼ਮੀਨ ਉਹਨਾਂ ਦੇ ਤੀਜਾ ਹਿੱਸਾ ਲਈ, ਉਹਦੇ ਉੱਤੇ ਉਹਨਾਂ ਨੇ ਕੋਸ਼ਿਸ਼ ਕਰੀ ਹੈ ਵੀ ਕੋਆਪਰੇਟਿਵ ਖੇਤੀ ਕਰੀ ਜਾਵੇ। ਸੋ ਸਾਡੇ ਸਿਸਟਮ ਦੇ ਵਿੱਚ ਕੋਆਪਰੇਟਿਵ ਖੇਤੀ ਇਹਦਾ ਆਲਟਰਨੇਟਿਵ ਹੈ, ਜਿਹੜਾ ਮਨਰੇਗਾ ਦੇ ਰਾਹੀਂ ਦਿਹਾੜੀ ਦੂਜੇ ਬੰਦਿਆਂ ਨੂੰ ਵੀ ਮਿਲੂ,
ਕੋਆਪਰੇਟਿਵ ਖੇਤੀ ਰਾਹੀਂ ਤੁਸੀਂ ਉੱਥੇ ਦਰਖਤ ਲਗਾਤੇ ਇੱਕ ਪਾਸੇ ਪਿੰਡ 'ਚ, ਉਹਦੇ ਨਾਲ ਫਲ ਵੀ ਮਿਲ ਜਾਣਗੇ ਲੋਕਾਂ ਨੂੰ, ਲੱਕੜੀ ਵੀ ਮਿਲੂ, ਖੇਤੀ ਦੇ ਉੱਤੋਂ ਸਮਾਨ ਵੀ ਮਿਲੂ। ਫਿਰ ਉਹਦਾ ਸਮਾਨ ਉੱਥੇ ਪਿੰਡ 'ਚ ਛੋਟੇ ਸਟੋਰ, ਜਿਹੜੀ ਤੁਸੀਂ ਸਟੋਰ ਦੀ ਗੱਲ ਕਰਦੇ ਹੋ, ਆਪਦਾ ਜਿੰਨਾ ਕੁ ਆਪਾਂ ਰੱਖਣਾ ਹੈ ਥੋੜ੍ਹੀ ਦੇਰ ਵਾਸਤੇ ਰੱਖ ਕੇ ਆਪਾਂ ਬਾਅਦ ਦੇ ਵਿੱਚ ਸਟੋਰ ਕਰਕੇ ਉਹਨੂੰ ਵੇਚ ਵੀ ਸਕਦੇ ਹਾਂ। ਪਰ ਇਹ ਕੋਆਪਰੇਟਿਵ ਖੇਤੀ ਤੋਂ ਬਗੈਰ ਹੀ ਇਹਨਾਂ ਨੇ ਉਹ ਕੋਆਪਰੇਟਿਵ ਵਾਲਾ ਸਿਸਟਮ ਹੀ ਚਲਾ ਨਹੀਂ ਰਹੇ। ਸਾਡੇ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਚੱਲਦੀਆਂ ਨੇ ਉਹ ਤਾਂ ਸਰਕਾਰੀ ਜਿਹਾ ਸਿਸਟਮ ਬਣ ਕੇ ਰਹਿ ਗਿਆ, ਉਹ ਤਾਂ ਲੋਕਾਂ ਨੂੰ ਹੋਰ ਜ਼ਿਆਦਾ ਲੁੱਟਦੀਆਂ ਨੇ ਬਲਕਿ ਕਈ ਵਾਰੀ। ਸੋ ਸਾਨੂੰ ਸਾਡੇ ਕੋਆਪਰੇਟਿਵ ਸਭ ਤੋਂ ਵਧੀਆ ਚੱਲ ਰਹੀ ਹੈ, ਇੱਕ ਮੈਂ ਤੁਹਾਨੂੰ ਉਹਦੀ ਉਦਾਹਰਨ ਦੇ ਦਿੰਦਾ, ਉਹ ਚੱਲ ਰਹੀ ਹੈ ਸਾਡੀ ਮਿਲਕ ਆ ਜਿਹੜੀ ਹੈਗੀ ਹੈ ਵੇਰਕਾ ਦੁੱਧ ਪਲਾਂਟ ਵਾਲੀ। ਇੱਦਾਂ ਹੀ ਹਰਿਆਣੇ 'ਚ ਚੱਲ ਰਹੀ ਹੈ, ਉਹਨਾਂ ਦਾ ਹੈ ਵੀਟਾ। ਇੱਦਾਂ ਹੀ ਗੁਜਰਾਤ 'ਚ ਚੱਲ ਰਹੀ ਹੈ, ਉਹਨਾਂ ਹੈ ਮਦਰ ਡੇਅਰੀ। ਹੁਣ ਮੈਂ ਉਹਦੇ 'ਚ ਦੱਸਦਾ ਵੀ ਕੀ ਫਰਕ ਪੈਂਦਾ ਹੈ ਜੇ ਕਾਰਪੋਰੇਟ ਨੂੰ ਦਿੱਤਾ ਹੋਵੇ। ਇਹ ਕੋਆਪਰੇਟਿਵ ਹੈ, ਕੋਆਪਰੇਟਿਵ 'ਚ ਕਿਸਾਨ ਨੂੰ ਵੀ 25-30 ਰੁਪਏ ਕਿਲੋ ਦੁੱਧ ਦੇ ਮਿਲ ਜਾਂਦੇ ਨੇ ਤੇ ਘਰੇ ਕੰਜ਼ਿਊਮਰ ਨੂੰ 45 ਤੋਂ 50 ਰੁਪਏ 'ਚ ਮਿਲਦਾ ਹੈ। ਆ ਹੁਣ ਕਰੋਨਾ ਵੇਲੇ ਮਹਾਰਾਸ਼ਟਰ ਦੇ ਵਿੱਚ, ਕਿਉਂਕਿ ਇਹ ਕਾਰਪੋਰੇਟਾਂ ਕੋਲ ਹੈ ਇਹੀ ਸਿਸਟਮ ਦੁੱਧ ਦਾ, ਉਹ 48 ਰੁਪਏ ਕਿਲੋ ਦੁੱਧ ਵਿਕਦਾ ਸੀ, ਲੋਕਾਂ ਨੂੰ ਮਿਲਦਾ ਸੀ, ਤੇ ਕਿਸਾਨ ਤੋਂ ਦੁੱਧ ਪ੍ਰੋਡਿਊਸਰ ਤੋਂ ਯਾਨੀ ਕਿ ਮਿਲਕ ਪ੍ਰੋਡਿਊਸਰ ਤੋਂ ਉਹ 30 ਰੁਪਏ ਲੀਟਰ ਖਰੀਦਿਆ ਜਾਂਦਾ ਸੀ। ਤੁਸੀਂ ਮੰਨੋਗੇ ਵੀ ਕਰੋਨਾ ਦੇ ਦੌਰਾਨ ਉਹਨਾਂ ਤੋਂ 17 ਰੁਪਏ ਲੀਟਰ ਖਰੀਦਿਆ। ਕਹਿੰਦੇ ਸਾਡਾ ਤਾਂ ਵਿਕਦਾ ਨਹੀਂ ਜੀ, ਜੇ ਤੁਸੀਂ ਹੁਣ ਦੁੱਧ ਐ ਤਾਂ ਨਹੀਂ ਨਾ ਵੀ ਉਹ ਸਾਂਭ ਕੇ ਰੱਖ ਲੂਗਾ। ਸੋ 17 ਰੁਪਏ ਉਹਨੂੰ ਕੰਜ਼ਿਊਮਰ ਨੂੰ 48 ਰੁਪਏ ਵੇਚਿਆ, ਆਪ ਲਿਆ 17 ਰੁਪਏ ਲੀਟਰ। ਆਪੀ 30 ਵਾਲਾ ਜਿਹਨੇ 17 ਰੁਪਏ 8 ਮਹੀਨੇ ਦੁੱਧ ਵੇਚਿਆ, ਆਪਾਂ ਨੂੰ ਪਤਾ 8 ਮਹੀਨੇ ਤਾਂ ਕਰੋਨਾ ਦੇ ਵਿੱਚ ਫਸੇ ਰਹੇ ਨਾ ਲੋਕ ਪੂਰੇ, ਤੇ 8 ਮਹੀਨੇ ਜਿਹਨੇ 30 ਵਾਲਾ 17 ਚ ਵੇਚਿਆ, ਉਹਦੀ ਇਕੋਨਮੀ, ਉਹਦਾ ਅਰਥਚਾਰਾ ਕਿੱਥੋਂ ਰਹੇਗਾ? ਉਹ ਆਪਣੇ ਜਵਾਕ ਨੂੰ ਕਿਵੇਂ ਪੜਾਏਗਾ? ਉਹ ਕੱਪੜੇ ਕਿਵੇਂ ਲੈ ਕੇ ਦੇਗਾ? ਉਹ ਰੋਟੀ ਕਿਵੇਂ ਲੈ ਕੇ ਦੇਗਾ? ਉਹ ਦਵਾਈ ਕਿਵੇਂ ਲੈ ਕੇ ਦੇਗਾ ਜਵਾਕ ਨੂੰ? ਤੁਸੀਂ ਆਪੇ ਸੋਚੋ। ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਮਾਰਨੀਆਂ ਨੇ ਵੀ ਨਹੀਂ ਜੀ ਐਂ ਕਰ ਲਿਆ ਕਰੋ, ਫਲਾਣਾ ਕਰ ਲਓ, ਇਹ ਉਹੀ ਜੀ ਗੱਲ ਹੈ। ਜੇ ਕੋਈ ਜ਼ਿਮੀਂਦਾਰ ਨੂੰ ਕਹੇ ਵੀ ਤੂੰ ਜ਼ਮੀਨ ਵੇਚ ਕੇ ਨਾ ਬੈਂਕ 'ਚ ਪੈਸੇ ਰੱਖ ਦੇ, ਇਹਦਾ ਵਿਆਜ ਇਦੂ ਜ਼ਿਆਦਾ ਆ ਜਾ ਕਰੂਗਾ। ਇਹੋ ਜਿਹੀਆਂ ਜਿਹੜੀਆਂ ਪੁੱਠੀਆਂ ਸਿੱਧੀਆਂ ਰਾਇਆਂ ਦੇਣ ਵਾਲੇ ਨੇ ਨਾ, ਉਹ ਬੰਦੇ ਨੇ ਜਿਹੜੇ ਕਾਗਜ਼ਾਂ 'ਚ ਕੰਮ ਕਰਦੇ ਨੇ, ਜਿਨ੍ਹਾਂ ਨੇ ਕਦੇ ਧਰਾਤਲ ਤੇ ਕੰਮ ਨਹੀਂ ਕਰਿਆ। ਮੈਂ ਕਿਉਂ ਕਹਿਣਾ ਇਹ ਸਾਰਾ ਕੁਛ? ਮੈਂ ਦੁਕਾਨਦਾਰ ਵੀ ਰਿਹਾ, ਮੈਂ ਖੇਤੀ 'ਚ ਇਨਵੋਲਵ ਰਿਹਾ, ਮੈਂ ਪੜ੍ਹਾਈ 'ਚ ਇਨਵੋਲਵ ਵੀ ਰਿਹਾ, ਮੈਂ ਵਪਾਰ 'ਚ ਵੀ ਇਨਵੋਲਵ ਰਿਹਾ, ਮੈਂ ਸਰਕਾਰ 'ਚ ਵੀ ਇਨਵੋਲਵ ਰਿਹਾ। ਸੋ ਮੈਂ ਸਾਰਾ ਕੁਛ ਇਹਨੂੰ ਦੇਖਦਾ ਵੀ ਇਹ ਕਿੱਧਰ ਨੂੰ ਜਾਂਦੀ ਗੱਲ। ਜਦ ਤੁਸੀਂ ਲੋਕਾਂ ਦੇ ਫਾਇਦੇ ਦੀ ਸੁਖਵਿੰਦਰ ਜੀ ਗੱਲ ਕਰਨੀ ਹੋਵੇ, ਉਦੋਂ ਤੁਸੀਂ ਮਨ ਦੇ ਵਿੱਚ ਤੁਸੀਂ ਸਪਸ਼ਟਤਾ ਨਾਲ ਇਹ ਕਰਨਾ ਹੁੰਦਾ ਕਿ ਜੀ ਇੱਕ ਤਾਂ ਅਸੀਂ ਕੁਦਰਤ ਨੂੰ ਬਚਾਉਣਾ, ਇੱਕ ਹਰੇਕ ਨੂੰ ਉਹਦਾ ਹਿੱਸਾ ਮਿਲੇ। ਕਿਰਤ ਜਿਹੜਾ ਕਾਲ ਖਾਏ ਕਿ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਜਿਹੜਾ ਉਹ ਘਾਲ ਖਾਏ ਵਾਲੀ ਜਿਹੜੀ ਤੁਹਾਡੀ ਸਮਝ ਹੈ, ਜਿਹੜੀ ਤੁਹਾਡੀ ਕਿਰਤੀ ਨੂੰ ਬਚਾਉਣ ਵਾਲੀ ਸਮਝ ਹੈ, ਜਿਹੜੀ ਕਿਰਤੀ ਨਾਲ ਸਾਂਝ ਵਾਲੀ ਸਮਝ ਹੈ, ਜਿਹੜੀ ਭਾਈ ਲਾਲੋ ਵਾਲੀ ਸਮਝ ਹੈ, ਮਲਕ ਭਾਗੋ ਵਾਲੀ ਨਹੀਂ ਹੈ। ਹੁਣ ਸਮਝ ਦਾ ਇੱਥੇ ਫਰਕ ਹੈ। ਇਹ ਅੱਜ ਨਹੀਂ ਕੋਈ ਨਵੀਂ ਆ ਗਈ, ਇਹ ਗੁਰੂ ਨਾਨਕ ਦੇਵ ਸਾਹਿਬ ਵੇਲੇ ਵੀ ਸੀ। ਇੱਕ ਪਾਸੇ ਮਲਕ ਭਾਗੋ ਸੀਗੇ, ਇੱਕ ਪਾਸੇ ਭਾਈ ਲਾਲੋ ਨੇ। ਅੱਜ ਜਿਹੜੀ ਸਾਡੀ ਸਰਕਾਰ ਹੈ ਉਹ ਮਲਕ ਭਾਗੋਆਂ ਦੇ ਨਾਲ ਖੜ ਗਈ ਹੈ, ਉਹ ਭਾਈ ਲਾਲੋਆਂ ਦੇ ਨਾਲ ਨਹੀਂ ਖੜੀ। ਹੁਣ ਮੈਂ ਦੂਜਾ ਅਡਾਨੀ ਵਾਲੀ ਗੱਲ ਤੇ ਆਉਣਾ। ਜੀ ਹੁਣ ਮੈਂ ਦੂਜੀ ਗੱਲ ਤੇ ਆਉਣਾ ਵੀ ਇਕੱਲੀ ਖੇਤੀ ਨਹੀਂ, ਖੇਤੀ ਤਾਂ ਇੱਕ ਐਗਜ਼ਾਮਪਲ ਮੈਂ ਦਿੱਤੀ, ਉਹਦੇ 'ਚ ਇੱਕ ਹੋਰ ਦੱਸਣਾ। ਜਿਹੜਾ ਕਹਿੰਦਾ ਬਾਹਰੋਂ ਖਰੀਦਣ ਵਾਲੇ ਨਾਲ ਠੱਗੀ ਨਹੀਂ ਵੱਜੇਗੀ, ਹਿਮਾਚਲ ਦੇ ਵਿੱਚ ਜਾ ਕੇ ਕੋਈ ਬੰਦਾ ਇਹਨਾਂ ਚੋਂ ਦੇਖ ਲੇ, ਹਿਮਾਚਲ 'ਚ ਏਦਾਂ ਹੀ ਮੰਡੀ ਤੋਂ ਬਾਹਰੋਂ ਖਰੀਦ ਕੇ ਵਿਚੋਲੀਏ ਭੱਜ ਗਏ, ਕਰੋੜਾਂ ਰੁਪਈਆ ਲੋਕਾਂ ਦਾ ਫਸਿਆ ਪਿਆ, ਕੋਰਟਾਂ ਦੇ ਵਿੱਚ ਕੇਸ ਚੱਲ ਰਹੇ ਨੇ, ਉੱਥੇ ਐਜੀਟੇਸ਼ਨ ਕਰੀ ਹੈ। ਉੱਥੋਂ ਦੀਆਂ ਜਿਹੜੀਆਂ ਕਿਸਾਨ ਸਭਾਵਾਂ ਨੇ, ਉਹਨਾਂ ਨੇ ਉੱਥੋਂ ਐਜੀਟੇਸ਼ਨ ਕਰੀ ਆ ਉਹਨਾਂ ਦੇ ਵਿਰੁੱਧ ਕਿ ਜੀ ਸਾਡਾ ਪੈਸਾ ਮਾਰ ਕੇ ਭੱਜ ਗਏ, ਕਰੋੜਾਂ ਰੁਪਈਆ ਮਾਰ ਕੇ ਭੱਜ ਗਏ। ਹੁਣ ਇਹ ਜਿਹੜਾ ਕਹਿੰਦਾ ਨਾ ਵੀ ਬਾਹਰਲੀ ਮੰਡੀ ਚੋਂ ਪੈਨ ਕਾਰਡ ਵਾਲਾ, ਜਿਵੇਂ ਆਪਾਂ ਕਹਿੰਦੇ ਆ, ਸੋ ਇਹ ਜਿਹੜੇ ਬਹਾਨੇ ਨੇ ਸਾਡੇ ਸਾਹਮਣੇ ਕੰਕਰੀਟ ਬਿਲਕੁਲ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਨੇ ਸਾਡੇ ਗੁਆਂਢੀ ਸੂਬੇ ਦੇ ਵਿੱਚ, ਸਾਡੇ ਨਾਲ ਲੱਗਦੇ ਸੂਬੇ ਹਿਮਾਚਲ ਦੇ ਵਿੱਚ, ਕਿ ਕਿਵੇਂ ਅਡਾਨੀ ਮੁਨਾਫਾ ਕਮਾਉਂਦੇ ਨੇ ਇਹਨਾਂ ਬਿਨਾਂ ਦੇ ਰਾਹੀਂ। ਕਿਵੇਂ ਜਿਹੜਾ ਹੈ ਸਾਤੋਂ ਖਰੀਦਦਾਰ ਹੈ ਜਿਹੜਾ ਬਾਹਰਲੀ APMC ਮੰਡੀ ਤੋਂ ਬਾਹਰੋਂ ਜਦ ਖਰੀਦ ਕਰਕੇ ਜਾਏਗਾ, ਕਿਵੇਂ ਉਹ ਸਾਡਾ ਪੈਸਾ ਮਾਰ ਕੇ ਭੱਜ ਜਾਂਦਾ। ਦੋ ਗੱਲਾਂ ਕਹਿੰਦੇ ਨਾ ਵੀ ਤੁਹਾਡਾ ਪੈਸਾ ਨਹੀਂ ਮਰ ਸਕਦਾ, ਉਹ ਜਾ ਕੇ ਦੇਖ ਲੈਣ, ਜਿਹਨੇ ਦੇਖਣਾ ਦੇਖ ਲੈਣ, ਉਹ ਤਾਂ ਸਾਹਮਣੇ ਆ। ਹਾਈ ਕੋਰਟ 'ਚ ਕੇਸ ਚੱਲੀ ਜਾਂਦੇ ਨੇ। ਹੁਣ ਦੂਜਾ ਪਾਸਾ ਮੈਂ ਆਉਣਾ, ਦੂਜਾ ਪਾਸਾ ਇਹੀ ਨਹੀਂ, ਇਹਨਾਂ ਦੀ ਤਾਕਤ ਕਿਵੇਂ ਬਣਦੀ ਆ। ਜੇ ਕਦੇ ਖੇਤੀ 'ਚ ਹੁੰਦੇ ਸ਼ਾਇਦ ਇੰਨੀ ਤਾਕਤ ਨਾ ਹੁੰਦੀ। ਇਹਨਾਂ ਦੀ ਤਾਕਤ ਇਸ ਨਾਲ ਬਣਦੀ ਆ, ਇਹਨਾਂ ਨੇ ਸਾਰੇ ਕਾਸੇ ਤੇ ਕਬਜ਼ਾ ਕਰਿਆ। ਹਵਾਈ ਅੱਡਿਆਂ ਦੇ ਵਾਸਤੇ ਅਡਾਨੀ ਸਾਹਿਬ ਨੇ ਦਿੱਤੀ ਬਿੱਡ, ਜਿਹਨੂੰ ਆਪਾਂ ਕਹਿੰਦੇ ਆ, ਅਸੀਂ ਟੈਂਡਰ ਕਹਿੰਦੇ ਆ ਆਪਦੀ ਭਾਸ਼ਾ, ਜਾਨੀ ਕਿ ਬੋਲੀ ਜਿਹਨੂੰ ਆਪਾਂ ਕਹਿ ਲਈਏ। ਉਹ ਬੋਲੀ ਦੇਣ ਵਾਸਤੇ ਇਹਨਾਂ ਨੇ 5 ਹਵਾਈ ਅੱਡਿਆਂ ਦਾ ਕਿਹਾ, ਇਹ ਜਿਹਦੇ ਵਿੱਚ ਜੈਪੁਰ, ਲਖਨਊ, ਅਹਿਮਦਾਬਾਦ, ਬੰਗਲੌਰ ਤੇ ਆਪਣਾ ਗੁਹਾਟੀ ਗੁਹਾਟੀ ਤੇ ਆਪਣਾ ਇਹ ਤਿਰਵੰਤਰਮ ਜਿਹਨੂੰ ਕਹਿੰਦੇ ਨੇ, ਤਿਰਵਿੰਦਰਮ ਜਿਹਨੂੰ ਕਹਿੰਦੇ ਸੀ ਪਹਿਲਾਂ, ਕੇਰਲਾ ਦਾ। ਇਹ 6 ਦੀ ਇਹਨੇ ਬਿੱਡ ਦਿੱਤੀ। ਤੇ ਜਦ ਕਿ ਇਹਨਾਂ ਦੀ ਇਕਨੋਮਿਕ ਇੰਟੈਲੀਜੈਂਸ ਦਾ ਜਿਹੜਾ ਵਿਭਾਗ ਹੈ, ਉਹਨੇ ਕਿਹਾ ਕਿ ਭਾਈ ਇਹਨੂੰ 6 ਨਹੀਂ, ਇਹਨੂੰ 2 ਤੋਂ ਵੱਧ ਨਹੀਂ ਦੇਣੇ ਚਾਹੀਦੇ, ਫਿਰ ਮੁਕਾਬਲੇਬਾਜ਼ੀ ਘਟ ਜਾਂਦੀ ਹੈ, ਇਹਦੇ ਨਾਲ ਦੇਸ਼ ਨੂੰ ਨੁਕਸਾਨ ਹੋ ਸਕਦਾ ਹੈ। ਪਰ ਇਹ ਜਿਹੜੇ ਪ੍ਰਾਈਵੇਟ ਪਾਰਟਨਰਸ਼ਿਪ ਵਾਲਾ ਡਿਪਾਰਟਮੈਂਟ ਆ, ਉਹਨੇ ਆਖਿਆ ਕੋਈ ਗੱਲ ਨਹੀਂ, ਕੋਈ ਲੋੜ ਨਹੀਂ ਹੈ ਇਸ ਤਰ੍ਹਾਂ ਚੱਲਣ ਦਿਓ।
ਫਿਰ ਕੇਰਲਾ ਦੀ ਸਰਕਾਰ ਨੇ ਆਖਿਆ ਵੀ ਤੁਸੀਂ 168 ਰੁਪਏ ਪ੍ਰਤੀ ਪੈਸੇਂਜਰ ਇਹਨੂੰ ਮੇਨਟੇਨੈਂਸ ਦਾ ਦੇ ਰਹੇ ਹੋ ਜੀ। ਅਸੀਂ 168 ਰੁਪਏ ਤੇ ਆਪਦਾ ਹਵਾਈ ਅੱਡਾ ਆਪੇ ਮੇਨਟੇਨ ਕਰਨ ਨੂੰ ਤਿਆਰ ਹਾਂ। ਉਹੀ 168 ਰੁਪਏ ਤੇ, ਕਿਉਂਕਿ ਜ਼ਮੀਨ ਅਸੀਂ ਹਵਾਈ ਅੱਡੇ ਵਾਸਤੇ ਲਈ ਸੀ, ਨਾ ਕਿ 50 ਸਾਲ ਵਾਸਤੇ ਅਡਾਨੀ ਨੂੰ ਲੀਜ਼ ਤੇ ਦੇਣ ਵਾਸਤੇ। ਇਹੀ ਹੈ। ਤੇ ਉਹ ਇਹਨਾਂ ਨੇ ਭਾਰਤ ਸਰਕਾਰ ਨੇ ਉਹਨੂੰ ਨਾ ਕਰਤੀ। ਹਰੀਸ਼ ਕੀ ਆ ਜਿਹੜੇ ਆ ਪੁਰੀ ਸਾਹਿਬ ਨੇ, ਜਿਹੜੇ ਮੰਤਰੀ ਹਵਾਈ ਜਹਾਜ਼ਾਂ ਦੇ, ਹਰਦੀਪ ਪੁਰੀ ਜੀ ਨੇ, ਉਹਨਾਂ ਨੇ ਕਿਹਾ ਵੀ ਇਹ ਤਾਂ ਜਿਹੜੀ ਸਰਕਾਰ ਹੈ ਤਾਂ ਬਿੱਡ ਦੀਆਂ ਸ਼ਰਤਾਂ ਹੀ ਪੂਰੀਆਂ ਨਹੀਂ ਕਰਦੀ। ਜਾਣੀ ਕਿ ਤੁਸੀਂ ਸ਼ਰਤਾਂ ਉੱਚੀਆਂ ਰੱਖ ਦੋ, ਫਿਰ ਕੋਈ ਸਰਕਾਰ, ਇੱਕ ਸੂਬੇ ਦੀ ਸਰਕਾਰ ਜਿਹਦੇ ਸੂਬੇ ਦੀ ਜ਼ਮੀਨ ਹੈ, ਜਿਹਦੇ ਸੂਬੇ ਦੀ ਰਾਜਧਾਨੀ ਹੈ, ਉੱਥੇ ਹਵਾਈ ਅੱਡਾ ਆਪਰੇਟ ਕਰਨਾ ਹੈ, ਉਹਨੂੰ ਕਹਿੰਦੇ ਫਿੱਟ ਨਹੀਂ ਹੈ ਮਤਲਬ ਇਹ ਬਿੱਡ ਦੇਣ ਦੇ। ਤੁਸੀਂ ਦੇਖੋ ਕਿੱਥੇ ਤੱਕ ਅਸੀਂ ਜਾਂਦੇ ਹਾਂ, ਕਿਉਂਕਿ ਦੇਣੀ ਅੰਬਾਨੀ ਅਡਾਨੀ ਨੂੰ ਹੈ। ਫਿਰ ਉਹਨਾਂ ਨੇ ਮੁਕੱਦਮਾ ਪਾਤਾ ਹਾਈ ਕੋਰਟ 'ਚ, ਸਰਕਾਰ ਨੇ, ਕੇਰਲਾ ਦੀ ਨੇ। ਉਹ ਮੁਕੱਦਮਾ ਹਾਈ ਕੋਰਟ ਨੇ ਡਿਸਮਿਸ ਕਰਤਾ। ਫਿਰ ਉਹ ਸੁਪਰੀਮ ਕੋਰਟ ਚਲੇ ਗਏ। ਸੁਪਰੀਮ ਕੋਰਟ ਨੇ ਕਿਹਾ ਵੀ ਇਹਨਾਂ ਦੀ ਦੁਬਾਰਾ ਗੱਲ ਸੁਣੋ ਹਾਈ ਕੋਰਟ ਨੂੰ। ਹਾਈ ਕੋਰਟ ਨੇ ਦੁਬਾਰਾ ਸੁਣ ਕੇ ਫਿਰ ਡਿਸਮਿਸ ਕਰਤਾ। ਇਹ ਕਹਿਤਾ ਕਿਉਂਕਿ ਇਹਨਾਂ ਨੇ ਬਿਆਨ ਦਿੱਤਾ ਵੀ ਇਹ ਤਾਂ ਜੀ ਫਿੱਟ ਹੀ ਨਹੀਂ ਸੀਗੇ। ਉਹਨਾਂ ਨੇ ਕਿਹਾ ਤੁਸੀਂ ਪਾਰਟੀਸਪੇਟ ਕਰ ਲਿਆ ਤੇ ਤੁਹਾਡਾ ਟੈਂਡਰ 'ਚ ਤੁਸੀਂ ਗਏ ਸੀਗੇ, ਤੁਹਾਨੂੰ ਉਹਨਾਂ ਨੇ ਅਨਫਿਟ ਡਿਕਲੇਅਰ ਕਰਤਾ, ਇਸ ਕਰਕੇ ਹੁਣ ਨਹੀਂ ਤੁਸੀਂ ਬੋਲ ਸਕਦੇ। ਸੋ ਇਹ ਜਿਹੜੀਆਂ ਨਾ ਕਾਨੂੰਨੀ ਘੁੰਤਰਬਾਜ਼ੀਆਂ, ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਇੱਕ ਲਾਈਨ 'ਚ ਹੀ, ਸੁਖਵਿੰਦਰ ਜੀ, ਜਿਹੜੀਆਂ ਕਾਨੂੰਨੀ ਘੁੰਤਰਬਾਜ਼ੀਆਂ ਇੱਕ ਸੂਬਾ ਸਰਕਾਰ ਦੇ ਨਾਲ ਪੈ ਕੇ ਅੰਬਾਨੀ ਅਡਾਨੀ ਐਡੇ ਐਡੇ ਠੇਕੇ ਲੈ ਜਾਂਦੇ ਨੇ, ਇੱਕ ਕਿਸਾਨ ਦੇ ਮੁਕਾਬਲੇ ਕੀ ਕਰੂਗਾ ਵਿਚਾਰਾ? ਤੁਸੀਂ ਸੋਚੋ ਤਾਂ ਸਹੀ ਨਾ ਥੋੜਾ ਜਿਹਾ। ਸੋ ਇਹ ਜਿਹੜਾ ਹੈ ਨਾ, ਇਸ ਪਾਸੇ ਨੂੰ ਸਾਨੂੰ ਸੀਰੀਅਸਲੀ ਸੋਚਣ ਦੀ ਲੋੜ ਹੈ। ਜੇ ਅਸੀਂ ਇਸ ਐਂ ਸਾਰਾ ਕੁਛ ਡਟਾਉਣਾ ਹੈ, ਕਿਸੇ ਹੋਰ ਬੰਦੇ ਨੂੰ ਦੇਣਾ, ਕਹਿੰਦੇ ਆਪਦੇ ਨੈਣ ਤੂੰ ਮੈਨੂੰ ਦੇ ਦੇ ਤੇ ਤੂੰ ਮੁਟਕਾਉਂਦੀ, ਫਿਰ ਸਾਡਾ ਇਹ ਹਾਲ ਹੋ ਗਿਆ ਕਿ ਅਸੀਂ ਸਾਰਾ ਕੁਛ ਆਪਦਾ ਚੱਕ ਕੇ ਡਕਾ ਟੁਕਾ ਉਹਨਾਂ ਨੂੰ ਫੜਾਈ ਜਾਵਾਂਗੇ, ਮੁੜ ਕੇ ਅਸੀਂ ਔਖੇ ਹੋਵਾਂਗੇ। ਤੇ ਉਹ ਗੱਲ ਹੋ ਗਿਆ ਵੀ ਅਸੀਂ ਲਾਲਚ ਦੇ ਵਿੱਚ ਅਸੀਂ ਕਹਾਂਗੇ, ਉਹ ਕਹਿੰਦੇ ਵੀ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋ ਗਿਆ ਤੇ ਲਿੱਦ ਚੁੱਕਣੀ ਪਈ, ਤੇ ਸਾਨੂੰ ਲਿੱਦ ਚੁੱਕਣੀ ਪੈਣੀ ਹੈ। ਬਿਲਕੁਲ ਬਿਲਕੁਲ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ। ਸ਼ੁਕਰੀਆ ਜੀ, ਬਹੁਤ ਬਹੁਤ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਦੇ ਲਈ ਇੰਨੇ। ਮੈਨੂੰ ਇਜਾਜ਼ਤ ਦਿਓ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ। ਅੱਗੋਂ ਵੀ ਜਿਹੜਾ ਖੇਤੀ ਕਾਨੂੰਨਾਂ ਨੂੰ ਲੈ ਕੇ, ਕਿਸਾਨ ਅੰਦੋਲਨ ਨੂੰ ਲੈ ਕੇ ਜੋ ਕੁਝ ਖਬਰਾਂ ਆ ਰਹੀਆਂ, ਉਹਦੇ ਉੱਤੇ ਚਰਚਾ ਇਸੇ ਤਰ੍ਹਾਂ ਅਸੀਂ ਤੁਹਾਡੇ ਰੂਬਰੂ ਕਰਦੇ ਰਵਾਂਗੇ। ਇਜਾਜ਼ਤ ਦਿਓ। ਧੰਨਵਾਦ।